ਹੋ ਕਿਵੇਂ ਲੈ ਜੂਗਾ ਵਿਆਹ ਕੇ ਤੈਨੂੰ ਗੈਰ ਨੀ, ਜੋਰ ਸਾਰਾ ਸਾਡਾ ਜਾਣੇ ਥੋੜਾ ਸ਼ਹਿਰ ਨੀ। ਹੋ ਤੈਨੂੰ ਆਪਣੀ ਬਣਾਉਣਾ ਬਿੱਲੋ ਰਾਣੀਏ, ਦਿਲ 'ਚ ਅਸੀਂ ਠਾਣ ਰੱਖੀਆ। ਹੋ ਜੱਟ ਉੱਡ ਦਾ ਆਸ। ਮੇਰੇ ਨਾਲ ਦੇ ਬਹੁਤ ਕਲਾਕਾਰ ਛੱਡ ਵੀ ਗਏ ਜਿਹੜੇ ਉਸ ਟਾਈਮ ਮੇਰੇ ਨਾਲ ਸਟਰਗਲ ਟਾਈਮ ਦੇ ਵਿੱਚ ਸੀਗੇ, ਫਿਰ ਹੌਲੀ ਹੌਲੀ ਬੰਦੇ ਘਟਦੇ ਗਏ। ਪਰ ਮੈਂ ਕੈਸਟਾਂ ਦੇ ਦੌਰ ਤੋਂ CD ਤੱਕ, CD ਦੇ ਦੌਰ ਤੋਂ ਪੈਨ ਡਰਾਈਵ ਤੱਕ, ਪੈਨ ਡਰਾਈਵ ਤੋਂ ਅੱਜ ਆਪਾਂ ਆਨਲਾਈਨ ਤੱਕ ਆ ਗਏ ਹਾਂ। ਆਪਾਂ ਪਹਿਲਾਂ ਸੋਚਦੇ ਸੀ ਸਾਡੇ ਗਾਣੇ ਲੰਡਨ ਵੱਜਦੇ ਆ, ਲੰਡਨ ਪਹਿਲਾਂ ਗੋਰੇ ਨਹੀਂ ਸੀ ਸਾਡੇ ਸੁਣਦੇ ਪੰਜਾਬੀ ਸੀ। ਹੁਣ ਤਾਂ ਨੌਨ ਪੰਜਾਬੀ ਵੀ ਸਾਡੇ ਗਾਣੇ ਸੁਣਦੇ ਆ, ਗੋਰੇ ਵੀ ਸੁਣਦੇ, ਕਾਲੇ ਵੀ ਸੁਣਦੇ ਆ, ਹਿਮਾਚਲੀ ਵੀ ਸੁਣਦੇ ਆ, ਹਰਿਆਣਵੀ ਵੀ ਸੁਣਦੇ ਆ। ਹਰ ਬੰਦੇ ਲਈ ਕਾਮਯਾਬੀ ਨਹੀਂ ਬਣੀ ਹੁੰਦੀ, ਹਰ ਬੰਦਾ ਕਾਮਯਾਬੀ ਸਾਂਭ ਨਹੀਂ ਸਕਦਾ। ਜਦੋਂ ਤੁਹਾਨੂੰ ਛੋਟੀ ਉਮਰ 'ਚ ਫੇਮ ਮਿਲ ਜੇ, ਸਾਂਭਣ ਵਾਲਾ ਸਮਝਾਉਣ ਵਾਲਾ ਕੋਈ ਨਾ ਹੋਵੇ, ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗਲਤੀਆਂ ਇਨਸਾਨ ਕਰ ਲੈਂਦਾ ਵੀ ਜਿਹੜੀਆਂ ਉਹਨੂੰ ਕੁਝ ਸਾਲ ਪਿੱਛੇ ਲੈ ਜਾਂਦੀਆਂ। ਮੈਂ ਆਪ ਦੀ ਗੱਲ ਕਰਾਂ, ਆਪਦੀਆਂ ਗਲਤੀਆਂ ਦੀ ਗੱਲ ਕਰਾਂ, ਤਾਂ ਮੈਂ ਕੁਝ ਮਾੜੀਆਂ ਸੰਗਤਾਂ ਦੇ ਵਿੱਚ ਪੈ ਗਿਆ, ਉਹਦੇ ਕਰਕੇ ਜਿਹੜਾ ਮੇਰਾ ਗੈਪ ਜ਼ਿਆਦਾ ਹੋ ਗਿਆ, ਮੈਂ ਕੰਮ ਤੋਂ ਥੋੜ੍ਹਾ ਜਿਹਾ ਦੂਰ ਚਲਾ ਗਿਆ। ਜਦੋਂ ਮੈਂ ਹਿੱਟ ਹੋਇਆ, ਗੀਤ ਹਰ ਜਗ੍ਹਾ ਵੱਜਣ ਲੱਗ ਗਿਆ, ਪਛਾਣ ਮਿਲਣ ਲੱਗ ਗਈ, ਲੋਕ ਤੁਰੇ ਜਾਂਦੇ ਨੂੰ ਦੇਖ ਕੇ ਪਛਾਣਨ ਲੱਗ ਜਾਂਦੇ ਆ ਨਾ, ਉਹ ਚੀਜ਼ ਦਿਮਾਗ ਨੂੰ ਚੜ੍ਹ ਜਾਂਦੀ ਹੈ। ਤੁਹਾਡੇ ਕਾਮਯਾਬੀ ਜੋ ਦਿਮਾਗ ਨੂੰ ਚੜ੍ਹਦੀ ਹੈ ਤਾਂ ਉਹ ਜ਼ਹਿਰ ਤੋਂ ਜ਼ਿਆਦਾ ਮਾੜਾ ਅਸਰ ਕਰਦੀ ਹੈ। ਮੇਰੀ ਬਦਕਿਸਮਤੀ ਇਹ ਰਹੀ ਕਿ ਮੈਂ ਕੁਛ ਇਹੋ ਜਿਹੀ ਸੰਗਤ 'ਚ ਪਿਆ ਜਿਨ੍ਹਾਂ ਨੇ ਮੈਨੂੰ ਰਾਹ ਤੋਂ ਭਟਕਾਤਾ, ਤੇ ਕੁਛ ਖੁਸ਼ਕਿਸਮਤੀ ਮੇਰੀ ਇਹੋ ਜਿਹੀ ਰਹੀ ਕਿ ਚੰਗੇ ਟਾਈਮਾਂ ਦੇ ਦੌਰਾਨ ਮੈਂ ਕੁਛ ਇਹੋ ਜਿਹੇ ਚੰਗੇ ਥੰਮ ਭਰਾ ਯਾਰ ਬਣਾਏ ਆਪਦੇ, ਜਿਨ੍ਹਾਂ ਨੇ ਮੈਨੂੰ ਕਦੇ ਪਿੱਛੇ ਨਹੀਂ ਡਿੱਗਣ ਦਿੱਤਾ। ਅੱਜ ਕੱਲ੍ਹ ਦੇ ਸਿੰਗਰਸ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਾਂਗੀ, ਬਟ ਕਿ ਕੰਟਰੋਵਰਸੀ ਕਰਕੇ ਅੱਗੇ ਆਉਣਾ ਜ਼ਿਆਦਾ ਵਧੀਆ ਸਮਝਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੰਟਰੋਵਰਸੀ ਕਰਕੇ ਆਪਾਂ ਸ਼ਾਇਦ ਜਲਦੀ ਫੇਮ ਮਿਲ ਜਾਵੇ ਸਾਨੂੰ। ਬਦਲਾਵ ਹੈ, ਇੱਕ ਸਮਾਂ ਬਦਲ ਰਿਹਾ ਤੇ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਬਦਲ ਰਹੀਆਂ, ਸਿੰਗਰ ਵੀ ਬਦਲ ਰਹੇ ਆ, ਆਡੀਅנס ਵੀ ਬਦਲ ਰਹੀ ਹੈ। ਕਿਹਾ ਜਾਂਦਾ ਹੈ ਕਿ ਕੁਝ ਅਜਿਹੇ ਜਿਹੜੇ ਮੇਨ ਜਿਹੜੇ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਇੱਕ ਲੌਬੀ ਬਣਾ ਲਈ ਹੈ ਕਿ ਉਹ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇਣਗੇ। ਇਹਦੇ ਨਾਲ ਕਿੰਨਾ ਕੁ ਇਫੈਕਟ ਹੁੰਦਾ ਹੈ? ਉਹ ਪੰਗਾ ਤਾਂ ਸਾਲੇ ਲੈ ਲੈਂਦੇ ਨੇ, ਪਿੱਠ ਤੇ ਮਾੜਾ ਕਹਿ ਲੈਂਦੇ ਨੇ, ਜਾਦੇ ਆਉਂਦੀ ਗੱਲ ਯਾਰ ਪਾਰ ਦੀ, ਆ ਲੁੱਕ ਕੇ ਘਰ ਵਿੱਚ ਜਾ ਬੈਂਦੇ ਨੇ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਜਸਪ੍ਰੀਤ ਕੌਰ। ਪੰਜਾਬੀ ਗਾਇਕੀ ਦੀ ਜੇ ਮੈਂ ਗੱਲ ਕਰਾਂ ਤਾਂ ਪੰਜਾਬੀ ਗਾਇਕੀ ਦੇ ਵਿੱਚ ਇੰਨੇ ਜ਼ਿਆਦਾ ਅੱਜਕੱਲ੍ਹ ਸਿੰਗਰ ਆ ਗਏ ਨੇ ਕਿ ਉਹਨਾਂ ਦੀ ਗਿਣਤੀ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਪਰ ਬਾਵਜੂਦ ਉਸਦੇ ਕਈ ਪੰਜਾਬੀ ਗਾਇਕ ਅਜਿਹੇ ਨੇ ਜਿਹੜੇ ਕਿ ਬੇਸ਼ੱਕ ਬੈਕ ਟੂ ਬੈਕ ਸੌਂਗਸ ਲੈ ਕੇ ਨਹੀਂ ਆਉਂਦੇ, ਉਹਨਾਂ ਦੇ ਕੈਰੀਅਰ ਦੇ ਵਿੱਚ ਵੀ ਗੈਪ ਪੈ ਜਾਂਦਾ ਹੈ, ਪਰ ਉਹਨਾਂ ਦੀ ਜਿਹੜੀ ਛਾਪ ਹੈ ਉਹ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਿੰਗਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਕਿ ਬੜੀ ਛੋਟੀ ਉਮਰ ਦੇ ਵਿੱਚ ਬਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਧਮਾਲ ਪਾਈ ਹੈ। ਕੋਈ ਪ੍ਰੇਮ ਵਾਲਾ ਗਾਣਾ ਹੋਵੇ ਜਾਂ ਫਿਰ ਬੇਵਫਾਈ ਨੂੰ ਲੈ ਕੇ ਜਾਂ ਫਿਰ ਜੱਟਾਂ ਵਾਲਾ ਗਾਣਾ, ਉਹਨਾਂ ਨੇ ਹਰ ਤਰੀਕੇ ਦੇ ਗਾਣੇ ਗਾਏ ਨੇ। ਤੇ ਫਿਰ ਉਹਨਾਂ ਨੂੰ ਜਿਹੜੀ ਫੇਮ ਮਿਲੀ ਹੈ ਉਹ ਵੀ ਤੁਹਾਨੂੰ ਦੱਸ ਦਵਾਂ ਕਿ ਜੱਟਾਂ ਵਾਲੇ ਸੌਂਗ ਨੂੰ ਲੈ ਕੇ ਮਿਲੀ ਹੈ। ਉਹ ਗੀਤ ਵੀ ਆਪਾਂ ਉਹਨਾਂ ਤੋਂ ਹੀ ਸੁਣਾਂਗੇ। ਤਾਂ ਫਿਰ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਪੰਜਾਬੀ ਗਾਇਕ ਗਗਨ ਸਿੱਧੂ ਦਾ। ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਕਾਈ ਨਿਊਜ਼ ਪੰਜਾਬ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਕਾਈ ਨਿਊਜ਼ ਦਾ ਵੀ ਤੇ ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ, ਤੁਹਾਡਾ ਨਵਾਂ ਗਾਣਾ ਆਇਆ ਪੰਗਾ, ਜਿਹੜਾ ਕਿ ਅੱਜ ਹੀ ਰਿਲੀਜ਼ ਹੋਇਆ। ਤਾਂ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਚਾਹਾਂਗੀ ਕਿ ਗਗਨ ਸਿੱਧੂ ਦਾ ਇੱਕ ਨਵਾਂ ਗਾਣਾ ਜਿਹੜਾ ਕਿ ਬੜਾ ਹੀ ਵਧੀਆ ਗੀਤ ਹੈ, ਜਿਹੜਾ ਅੱਜ ਹੀ ਰਿਲੀਜ਼ ਹੋਇਆ ਪੰਗਾ ਗੀਤ, ਉਹਦੇ ਬਾਰੇ ਗਗਨ ਸਿੱਧੂ ਸਾਡੇ ਨਾਲ ਗੱਲਬਾਤ ਕਰਨਗੇ। ਜੀ ਇਹਦੇ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਪੰਗਾ ਗੀਤ ਜੀ ਟਰੂ ਰਿਕਾਰਡਸ ਵੱਲੋਂ ਰਿਲੀਜ਼ ਕੀਤਾ ਗਿਆ ਤੇ ਐਸ ਮੁਖਤਿਆਰ ਭਾਜੀ ਜਿਨ੍ਹਾਂ ਨਾਲ ਮੈਂ ਹਮੇਸ਼ਾ ਤੋਂ ਹੀ ਕੰਮ ਕਰਦਾ ਆ ਰਿਹਾ, ਉਹਨਾਂ ਦੀ ਪ੍ਰੈਜੈਂਟੇਸ਼ਨ ਹੈ। ਲਿਖਿਆ ਮੇਰਾ ਆਪਦਾ ਹੀ ਹੈ ਤੇ ਮੇਰੇ ਦੋਸਤ ਸੁਪਰਨੋਵਾ ਸੂਰਜ ਕਰਕੇ ਹੈਗੇ, ਉਹਨਾਂ ਨੇ ਮਿਊਜ਼ਿਕ ਦਿੱਤਾ। ਕਮਲਪ੍ਰੀਤ ਜੌਨੀ ਮੇਰੀ ਪੁਰਾਣੀ ਟੀਮ ਹੈ, ਜੱਟ ਉਰਦਾਸ ਰੇ ਤੇਰੇ ਹੋਵੇ, ਤਾਜ ਮਹਿਲ ਹੋਵੇ, ਮੇਰੇ ਸਾਰੇ ਵੀਡੀਓਜ਼ ਜਿਹੜੇ ਅੱਛੇ ਵੀਡੀਓ ਚੱਲੇ ਨੇ ਸਾਰੇ ਉਹਨਾਂ ਨੇ ਕੀਤੇ ਆ, ਤਾਂ ਉਹਨਾਂ ਨੇ ਵੀਡੀਓ ਕੀਤਾ। ਸੋ ਅੱਜ ਪਹੁੰਚਿਆ ਸਾਰੇ ਕਿਤੇ, ਸੋ ਉਮੀਦ ਆ ਵੀ ਦਰਸ਼ਕਾਂ ਨੂੰ ਸਾਰਿਆਂ ਨੂੰ ਪਸੰਦ ਆਊਗਾ ਜੀ। ਆਪਣੇ ਨਵੇਂ ਗੀਤ ਦੇ 2 ਬੋਲ ਹੋ ਜਾਣ। ਮੇਰਾ ਗੀਤ ਉਹੀ ਸਟਾਈਲ ਦਾ ਜੀ, ਕੋਸ਼ਿਸ਼ ਕੀਤੀ ਹੈ ਕਿ ਉਹੀ ਸਟਾਈਲ ਬਰਕਰਾਰ ਰੱਖਿਆ ਜਾਵੇ। ਜੀ ਬਿਲਕੁਲ। ਗੀਤ ਹੈਗਾ ਜੀ ਹੋ ਪੰਗਾ ਤਾਂ ਸਾਲੇ ਲੈ ਲੈਂਦੇ ਨੇ, ਪਿੱਠ ਤੇ ਮਾੜਾ ਕਹਿ ਲੈਂਦੇ ਨੇ, ਜਾਦੇ ਆਉਂਦੀ ਗੱਲ ਯਾਰ ਪਾਰ ਦੀ, ਆ ਲੁੱਕ ਕੇ ਘਰ ਵਿੱਚ ਜਾ ਬੈਂਦੇ ਨੇ। ਹੋ ਮੇਰੇ ਨਾਲ ਕੀ ਖੈਵਣਗੇ, ਉਹ ਸਾਨੂੰ ਪੁੱਛ ਕੇ ਸੂਰਜ ਵੀ ਚੜ੍ਹਦਾ, ਉਹ ਤਾਈਓ ਡਰਦੇ ਨੇ, ਉਹ ਪਾਣੀ ਭਰਦੇ ਨੇ, ਕਿਉਂਕਿ ਜੱਟ ਨਹੀਂ ਕਿਸੇ ਤੋਂ ਡਰਦਾ, ਉਹ ਤਾਈਓ ਡਰਦੇ ਨੇ।
ਬੜਾ ਵਧੀਆ ਗੀਤ ਹੈ ਗਗਨ ਸਿੱਧੂ ਜੀ। ਤੁਹਾਨੂੰ ਮੈਂ ਜਿਹੜਾ ਤੁਹਾਡਾ ਸਭ ਤੋਂ ਪਹਿਲਾ ਗਾਣਾ ਹਿੱਟ ਹੋਇਆ ਸੀ, ਜੇ ਮੈਂ ਗਲਤ ਨਹੀਂ ਆ ਤਾਂ ਤੁਸੀਂ 2007 ਦੇ ਵਿੱਚ ਆ ਗਏ ਸੀ ਇਸ ਇੰਡਸਟਰੀ ਦੇ ਵਿੱਚ। ਜੀ ਪ੍ਰੋਫੈਸ਼ਨਲੀ ਜੇ ਆਪਾਂ ਕਹੀਏ, ਕਿਉਂਕਿ ਤੁਹਾਨੂੰ ਗਾਉਣ ਦਾ ਸ਼ੌਂਕ ਇਹ ਕਦੋਂ ਤੋਂ ਹੈ? ਗਾਉਣ ਦਾ ਸ਼ੌਂਕ ਤਾਂ ਸ਼ਾਇਦ ਬਚਪਨ ਤੋਂ ਹੀ ਆ, ਪਰ ਮੈਂ ਕਾਲਜ ਟਾਈਮ ਦੇ ਵਿੱਚ ਜਾ ਕੇ ਰਿਅਲਾਈਜ਼ ਹੋਇਆ ਵੀ ਮੈਨੂੰ ਇਹ ਪ੍ਰੋਫੈਸ਼ਨਲੀ ਕਰਨਾ ਚਾਹੀਦਾ। ਦੋਸਤ ਯਾਰ ਬਹੁਤ ਕਹਿੰਦੇ ਸੀ। ਮੈਂ ਪਹਿਲਾਂ ਸਪੋਰਟਸ ਕਰਦਾ ਸੀ, ਅਕਸਰ ਉੱਥੇ ਜਦੋਂ ਆਪਾਂ ਜਾਂਦੇ ਆ ਸਪੋਰਟਸ ਮੀਟ ਹੁੰਦੀਆਂ, ਬੈਡਮਿੰਟਨ ਖੇਡਦਾ ਸੀ ਮੈਂ, ਤਾਂ ਵਾਲੀਬਾਲ ਖੇਡਦਾ ਸੀ। ਸਾਡੇ ਇੱਕ ਟੀਮ ਬਣੀ ਹੋਈ ਸੀ ਅੱਛੀ, ਬਿਜਲੀ ਬੋਰਡ ਮੇਰੇ ਫਾਦਰ ਸਾਹਿਬ ਜੌਬ ਕਰਦੇ ਸੀ, ਉਹਨਾਂ ਦੀ ਟੀਮ ਸੀ, ਤਾਂ ਉਧਰੋਂ ਵੀ ਖੇਡਦੇ ਸੀ। ਤਾਂ ਉੱਥੇ ਗਾਣੇ ਗੁਣੇ ਤਾਂ ਅਕਸਰ ਗਾਉਂਦੇ ਸੀ, ਪਰ ਧਿਆਨ ਨਹੀਂ ਸੀ ਕਦੇ ਦਿੱਤਾ, ਪ੍ਰੋਫੈਸ਼ਨਲੀ ਨਹੀਂ ਸੀ ਸੋਚਿਆ। ਜਦੋਂ ਮੈਂ ਕਾਲਜ ਟਾਈਮ ਦੇ ਵਿੱਚ ਮੈਨੂੰ ਯਾਰਾਂ ਦੋਸਤਾਂ ਨੇ ਕਿਹਾ ਵਧੀਆ ਗਾ ਲੈਂਦਾ, ਤਾਂ ਫਿਰ ਉੱਥੋਂ ਮੈਂ ਸ਼ੁਰੂ ਕੀਤਾ। ਉਸ ਤੋਂ ਬਾਅਦ ਫਿਰ ਮੈਂ ਤੁਹਾਡਾ ਜਿਹੜਾ ਸਭ ਤੋਂ ਪਹਿਲਾ ਗਾਣਾ ਹਿੱਟ ਹੋਇਆ ਸੀ, ਬੜਾ ਹੀ ਹਿੱਟ ਹੋਇਆ ਸੀ ਉਹ, ਉਦੋਂ ਤੋਂ ਲੈ ਕੇ ਅੱਜ ਤੱਕ ਮੇਰੇ ਖਿਆਲ ਨਾਲ ਉਹਦਾ ਮਿਊਜ਼ਿਕ, ਜੇ ਮੈਂ ਮਿਊਜ਼ਿਕ ਦੀ ਗੱਲ ਕਰਾਂ ਤਾਂ ਅੱਜ ਦੇ ਮਿਊਜ਼ਿਕ ਨਾਲ ਬਿਲਕੁਲ ਮੇਲ ਜੋਲ ਖਾਂਦਾ ਹੈ, ਜਾਂ ਕਹਿ ਲਈਏ ਕਿ ਇਸ ਮਿਊਜ਼ਿਕ ਦੀ ਸ਼ੁਰੂਆਤ ਹੀ ਉੱਥੋਂ ਹੋਈ ਸੀ। ਉਹ ਗਾਣੇ ਦੇ 2 ਬੋਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਸੁਣਾਓ। ਹਾਂਜੀ, ਮੇਰੀ ਪਹਿਲੀ ਐਲਬਮ ਆਈ ਸੀ ਸ਼ਾਇਦ 2007 ਦੇ ਵਿੱਚ। ਮੈਨੂੰ ਨਹੀਂ ਲੱਗਦਾ ਵੀ ਜ਼ਿਆਦਾ ਲੋਕਾਂ ਨੇ ਸੁਣੀ। ਤਾਂ ਫਿਰ ਦੂਜੀ ਐਲਬਮ ਫਰੈਂਕਫਰਟ ਐਂਟਰਟੇਨਮੈਂਟ ਨੇ ਕੀਤੀ ਸੀ, ਉਹ ਵੀ ਕੋਈ ਜ਼ਿਆਦਾ ਮਕਬੂਲ ਨਹੀਂ ਹੋਈ। ਤੀਜਾ ਗੀਤ ਇੱਕ ਤਾਜ ਮਹਿਲ ਕਰਕੇ ਗੀਤ ਆਇਆ ਸੀ, ਤੈਨੂੰ ਤਾਜ ਮਹਿਲ ਦੇਊਂਗਾ ਬਣਾ, ਉਹ ਕਾਬਲ ਸਰੂਪੜ ਜਿਹਾ ਲਿਖਿਆ ਸੀ, ਤਾਂ ਬਹੁਤ ਵਧੀਆ ਮੇਰਾ ਵੀਰ ਰਾਈਟਰ, ਅੱਜ ਦੀ ਡੇਟ 'ਚ ਪੂਰਾ ਛਾਇਆ ਨਾਮ ਹੈ, ਤਾਂ ਉਹ ਵਧੀਆ ਚੱਲ ਗਿਆ ਸੀ। ਪਰ ਉਦੋਂ ਵੀ ਜ਼ਿਆਦਾ ਪਛਾਣ ਜਿਹੜੀ ਮਿਲੀ ਉਹ ਜੱਟ ਉੜਦਾਸ ਰੇਤੇ ਤੋਂ ਮਿਲੀ। ਸੋ ਮਿਊਜ਼ਿਕ ਦੀ ਤੁਸੀਂ ਗੱਲ ਕਰਦੇ ਹੋ, ਇਹ ਪਵਨੀਤ ਵਿਰਗੀ ਸਾਹਿਬ ਦਾ ਮਿਊਜ਼ਿਕ ਸੀ ਉਸ ਟਾਈਮ ਦੇ ਵੀ, ਤੇ ਬੜੇ ਵਧੀਆ ਸਦਾਬਹਾਰ ਮਿਊਜ਼ਿਕ ਡਾਇਰੈਕਟਰ। ਲਿਖਿਆ ਗੀਤ ਇਹ ਮੇਰੇ ਦੋਸਤ ਹੈਰੀ ਮਾਲ ਦਾ ਸੀ, ਸੋ ਉਹਦੀਆਂ ਮੈਂ ਤੁਹਾਨੂੰ 2 ਲਾਈਨਾਂ ਸੁਣਾ ਦਿੰਦਾ। ਜੀ ਬਿਲਕੁਲ। ਹੋ ਕਿਵੇਂ ਲੈ ਜੂਗਾ ਵੇ ਆ ਕੇ ਤੈਨੂੰ ਗੈਰ ਨੀ, ਜੋਰ ਸਾਰਾ ਸਾਡਾ ਜਾਣੇ ਤੁਹਾਡਾ ਸ਼ਹਿਰ ਨੀ, ਹੋ ਤੈਨੂੰ ਆਪਣੀ ਬਣਾਉਣਾ ਬਿੱਲੋ ਰਾਣੀਏ, ਹੋ ਆਪਣੀ ਬਣਾਉਣਾ ਬਿੱਲੋ ਰਾਣੀਏ, ਦਿਲ 'ਚ ਅਸੀਂ ਠਾਣੇ ਰੱਖੀਆ, ਹੋ ਜੱਟ ਉੱਡਦਾ ਆਸਰੇ ਤੇਰੇ ਤਲੀ ਦੇ ਉੱਤੇ ਜਾਣੇ ਰੱਖੀਆ। ਬਿਲਕੁਲ, ਇਹ ਗਾਣੇ ਤੁਹਾਡੇ ਨੂੰ ਬੜਾ ਪਸੰਦ ਕੀਤਾ ਗਿਆ ਸੀ, ਤੇ ਉਸ ਤੋਂ ਬਾਅਦ ਹੀ ਹਰ ਜਗ੍ਹਾ ਹੋਣ ਲੱਗ ਗਈ ਸੀ ਉਸ ਸਮੇਂ ਦੇ ਵਿੱਚ ਗਗਨ ਸਿੱਧੂ। ਜੇ ਮੈਂ ਉਸ ਤੁਹਾਡੇ ਕੈਰੀਅਰ ਦੀ ਗੱਲ ਕਰਾਂ 2007 ਤੋਂ ਲੈ ਕੇ ਹੁਣ ਜਿਹੜਾ 2020 ਦਾ ਸਮਾਂ ਆ ਗਿਆ, ਇਸ ਸਮੇਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਇੱਕ ਗਾਇਕ ਦੀ ਨਜ਼ਰ ਤੋਂ? ਦੇਖੋ ਜੀ, ਬਦਲਾਵ ਤਾਂ ਆਪਾਂ ਕਹਿ ਲੈਂਦੇ ਆ ਵੀ ਨੇਚਰ ਹੀ ਹੈ, ਹਿਊਮਨ ਨੇਚਰ ਵੀ ਆ, ਨੇਚਰ ਦੀ ਨੇਚਰ ਵੀ ਆ, ਬਦਲਾਵ ਤਾਂ ਹੋਣਾ, ਚੇਂਜ ਇਜ਼ ਨੈਸੈਸਿਟੀ ਹੈ ਨਾ, ਤਾਂ ਇਹ ਹੁੰਦਾ ਹੀ ਰਹਿੰਦਾ, ਬਦਲਾਵ ਹਰ ਚੀਜ਼ 'ਚ ਹੋਇਆ। ਜਦੋਂ ਮੈਂ ਆਇਆ ਸੀ ਲਾਈਨ ਦੇ ਵਿੱਚ, ਉਦੋਂ ਬਹੁਤ ਲੋਕ ਸਾਨੂੰ ਐਂ ਕਹਿੰਦੇ ਸੀ ਤੁਸੀਂ ਨਵੇਂ ਹੋ, ਸਾਡਾ ਪੁਰਾਣਾ ਜ਼ਮਾਨਾ ਬਹੁਤ ਚੰਗਾ ਸੀ। ਤਾਂ ਉੱਥੋਂ ਲੈ ਕੇ ਮੇਰੇ ਨਾਲ ਦੇ ਬਹੁਤ ਕਲਾਕਾਰ ਛੱਡ ਵੀ ਗਏ ਜਿਹੜੇ ਉਸ ਟਾਈਮ ਮੇਰੇ ਨਾਲ ਸਟਰਗਲ ਟਾਈਮ ਦੇ ਵਿੱਚ ਸੀਗੇ, ਫਿਰ ਹੌਲੀ ਹੌਲੀ ਬੰਦੇ ਘਟਦੇ ਗਏ। ਪਰ ਮੈਂ ਕੈਸਟਾਂ ਦੇ ਦੌਰ ਤੋਂ ਸੀਡੀ ਤੱਕ, ਸੀਡੀ ਦੇ ਦੌਰ ਤੋਂ ਪੈਨ ਡਰਾਈਵ ਤੱਕ, ਪੈਨ ਡਰਾਈਵ ਤੋਂ ਅੱਜ ਆਪਾਂ ਆਨਲਾਈਨ ਤੱਕ ਆ ਗਏ ਹਾਂ, ਤਾਂ ਔਰਕੁਟ ਤੋਂ ਫੇਸਬੁੱਕ, ਇੰਸਟਾਗ੍ਰਾਮ ਤੱਕ, ਸਨੈਪਚੈਟ ਤੱਕ। ਕੀ ਲੱਗਦਾ ਉਸ ਸਮੇਂ ਤੋਂ ਲੈ ਉਸ ਸਮੇਂ ਦੇ ਵਿੱਚ ਇੱਕ ਗਾਇਕ ਨੂੰ ਅੱਗੇ ਆਉਣਾ ਈਜ਼ੀ ਸੀਗਾ, ਜਾਂ ਫਿਰ ਅੱਜ ਦੇ ਸਮੇਂ ਦੇ ਵਿੱਚ ਸਟਰਗਲ? ਉਦੋਂ ਵੀ ਸਟਰਗਲ ਬਹੁਤ ਸੀ, ਅੱਜ ਵੀ ਸਟਰਗਲ ਬਹੁਤ ਹੈ। ਅੱਜ ਪਲੇਟਫਾਰਮਸ ਥੋੜੇ ਜ਼ਿਆਦਾ, ਅੱਜ ਓਪਰਚੁਨਿਟੀਜ਼ ਥੋੜੀ ਜ਼ਿਆਦਾ, ਪਰ ਐਜ਼ ਏ ਸਿੰਗਰ ਅੱਜ ਥੋੜਾ ਜਿਹਾ ਸਿੰਗਿੰਗ ਟਫ ਹੈ। ਤੁਹਾਨੂੰ ਇਕੱਲਾ ਗਾਉਣਾ ਹੀ ਨਹੀਂ ਆਉਣਾ ਚਾਹੀਦਾ, ਤੁਹਾਨੂੰ ਬਿਜ਼ਨਸ ਸੈਂਸ ਵੀ ਹੋਣੀ ਚਾਹੀਦੀ ਆ, ਤੁਹਾਨੂੰ ਕੱਪੜਿਆਂ ਦੀ ਫੈਸ਼ਨ ਸੈਂਸ ਵੀ ਹੋਣੀ ਚਾਹੀਦੀ ਆ, ਤੁਹਾਨੂੰ ਬਹੁਤ ਚੀਜ਼ਾਂ ਤੋਂ ਬਚਣਾ ਵੀ ਪੈਂਦਾ, ਬਹੁਤ ਚੀਜ਼ਾਂ ਤੋਂ ਧਿਆਨ ਵੀ ਰੱਖਣਾ ਪੈਂਦਾ। ਉਦੋਂ ਇੰਨਾ ਗਾਇਕੀ ਤੇ ਜ਼ੋਰ ਨਹੀਂ ਸੀ ਲੱਗਦਾ, ਇੰਨੀ ਬਰੀਕੀ ਨਾਲ ਕੋਈ ਧਿਆਨ ਨਾਲ ਸੁਣਦਾ ਨਹੀਂ ਸੀ। ਹੁਣ ਬਹੁਤ ਚੀਜ਼ਾਂ ਦਾ ਫਰਕ ਹੈ, ਵਿਜ਼ੂਅਲਾਈਜੇਸ਼ਨ ਦਾ ਬਹੁਤ ਫਰਕ ਹੈ, ਬਜਟ ਬਹੁਤ ਜ਼ਿਆਦਾ ਹੈ। ਪਹਿਲਾਂ ਨਾ ਹੀ ਇੰਨੀ ਜ਼ਿਆਦਾ ਕਮਾਈ ਨਹੀਂ ਸੀ, ਇੰਨੀ ਜ਼ਿਆਦਾ ਬਜਟ ਵੀ ਨਹੀਂ ਸੀ। ਪਰ ਪਹਿਲਾਂ ਐਵੇਂ ਹੁੰਦਾ ਸੀ ਕਿ ਪਹਿਲਾਂ ਸਿੰਗਲ ਟਰੈਕ ਦੇ ਨਾਲੋਂ ਜ਼ਿਆਦਾ ਟ੍ਰੈਂਡ ਸੀਗਾ ਕੈਸੇਟ ਦਾ, ਜਾਂ ਇਕੱਠੇ ਗੀਤ ਆਉਣੇ, ਤੇ ਹੁਣ ਜਿਹੜਾ ਸਿੰਗਲ ਟਰੈਕ ਹੈ। ਪਰ ਮੇਰੇ ਖਿਆਲ ਨਾਲ ਜਿਹੜੀ ਕੈਸੇਟ ਸੀਗੀ ਉਹ ਲੰਬੇ ਸਮੇਂ ਤੱਕ ਚੱਲਦੀ ਸੀ, ਪਰ ਜਿਹੜੇ ਹੁਣ ਇਹ ਸਿੰਗਲ ਟਰੈਕ ਆ ਰਹੇ ਨੇ ਮਹਿਜ 10-15 ਦਿਨ ਚੱਲਦੇ ਨੇ, ਉਸ ਤੋਂ ਬਾਅਦ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਖੋ ਜਾਂਦੇ ਨੇ। ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਜਦੋਂ ਆਡੀਅנס ਦੀ ਯਾਦਦਾਸ਼ਤ ਨਾਲ ਤੇ ਡਿਪੈਂਡ ਕਰਦੀ ਹੈ ਸਾਰੀ ਚੀਜ਼। ਜਦੋਂ ਕੈਸਟਾਂ ਦਾ ਦੌਰ ਸੀ ਉਦੋਂ ਲੋਕ ਸਪੈਸ਼ਲ ਦੁਕਾਨ ਤੇ ਜਾ ਕੇ ਕੈਸਟ ਬਾਏ ਕਰਦੇ ਸੀ। ਮੈਂ ਆਪ ਦੀ ਗੱਲ ਕਰਾਂ ਤਾਂ ਮੈਂ ਹੰਸ ਭਾਜੀ ਉਹਨਾਂ ਦੀਆਂ ਟੇਪਾਂ ਆਪ ਜਾ ਕੇ ਖਰੀਦਦਾ ਰਿਹਾ, ਵੇਟਿੰਗ 'ਚ ਹੁੰਦੇ ਸੀ, ਪਹਿਲਾਂ ਜਾ ਕੇ ਦੁਕਾਨ ਤੇ ਕਹਿ ਕੇ ਆਉਣਾ ਵੀ ਆਹ ਕੈਸਟ ਆਉਣ ਵਾਲੀ ਆ, ਤੇ ਇਹ ਮਤਲਬ ਉਹ ਕੈਸਟ ਦਾ ਪਤਾ ਕਿੱਦਾਂ ਲੱਗਦਾ ਸੀ, ਪਿਛਲੀ ਕਿਸੇ ਕੈਸਟ ਦੇ ਪਿੱਛੇ ਰੈਪਰ ਦੇ ਉੱਤੇ ਫੋਟੋ ਹੁੰਦੀ ਸੀ, ਇਹ ਕੈਸਟ ਇੰਨੀ ਤਰੀਕ ਨੂੰ ਮਾਰਕੀਟ 'ਚ ਆਉਣੀ, ਉਦੋਂ ਇਹੀ ਟੀਜ਼ਰ ਹੁੰਦਾ ਸੀਗਾ, ਇਹਨੂੰ ਟ੍ਰੇਲਰ ਮੰਨ ਲੈਂਦੇ ਸੀ। ਤਾਂ ਹੁਣ ਕੀ ਆ, ਹੁਣ ਜਿਹੜੀ ਆਡੀਅנס ਦੀ ਜਿਹੜੀ ਸੁਣਨ ਦੀ ਸ਼ਕਤੀ ਆ, ਉਹ ਵੀ ਸਹਿਣ ਸ਼ਕਤੀ ਵੀ ਜ਼ਿਆਦਾ ਹੈ ਨਹੀਂ, ਇੰਤਜ਼ਾਰ ਵੀ ਜ਼ਿਆਦਾ ਨਹੀਂ ਕਰਦੇ। ਹੁਣ ਆਡੀਅנס ਮੰਗਦੀ ਆ ਹਰ 15-20 ਦਿਨ ਬਾਅਦ ਗਾਣਾ, 15-20 ਦਿਨ ਹੀ ਗਾਣੇ ਦੀ ਉਮਰ ਹੈ। ਐਲਬਮ 15-20 ਦਿਨ 'ਚ ਰੈਡੀ ਨਹੀਂ ਹੁੰਦੀ, ਐਲਬਮ ਨੂੰ ਸਾਲ ਲੱਗਦਾ। 8 ਗਾਣਿਆਂ ਦੇ ਲਈ ਪਹਿਲਾਂ ਤੁਹਾਨੂੰ 100 ਗਾਣੇ ਚੁਣਨੇ ਪੈਂਦੇ ਆ, ਉਹਦੇ 'ਚੋਂ 50 ਰਹਿ ਜਾਂਦੇ, 50 'ਚੋਂ ਫਿਰ 8 ਰਹਿ ਜਾਂਦੇ ਆ ਹੌਲੀ ਆਉਂਦੇ। ਤਾਂ ਉਦੋਂ ਬਾਅਦ ਫਿਰ ਉਹਦਾ ਮਿਊਜ਼ਿਕ ਬਣਦਾ, 8 ਗਾਣਿਆਂ ਦਾ ਮਿਊਜ਼ਿਕ ਬਣਨ ਨੂੰ ਵੀ ਤੁਸੀਂ ਇੱਕ ਗਾਣੇ ਤੇ ਹਫ਼ਤਾ ਵੀ ਲਾਓ ਤਾਂ ਦੇਖੋ ਕਿੰਨਾ ਟਾਈਮ ਲੱਗ ਗਿਆ।
ਫਿਰ ਉਸ ਤੋਂ ਬਾਅਦ ਵੀਡੀਓ ਬਣਦਾ ਸੀ। ਹੁਣ ਜਿਹੜਾ ਸਿੰਗਲ ਦਾ ਦੌਰ ਆ, ਹਰ ਤੀਜੇ ਚੌਥੇ ਦਿਨ ਗਾਣਾ ਰੈਡੀ ਹੋ ਜਾਂਦਾ, ਤਾਂ ਉਹਦੇ ਕਰਕੇ ਜਿੱਦੀ ਉਮਰ ਵੀ ਘਟੀ ਆ ਉਸ ਤਰੀਕੇ ਨਾਲ। ਸਿੰਗਿੰਗ ਦੇ ਵਿੱਚ ਕਾਫੀ ਬਦਲਾਅ ਆਇਆ ਪਿਛਲੇ 10-13 ਸਾਲ ਦੇ ਵਿੱਚ, ਬਹੁਤ ਜ਼ਿਆਦਾ, ਕਿਉਂਕਿ ਸੋਸ਼ਲ ਮੀਡੀਆ ਦਾ ਹੁਣ ਜ਼ਮਾਨਾ ਹੋ ਗਿਆ, ਸਾਰਾ ਕੁਝ ਸੋਸ਼ਲ ਮੀਡੀਆ ਦੇ ਉੱਤੇ, ਤੁਹਾਡਾ ਜਿਹੜਾ ਗੀਤ ਹੈ ਉਹ ਰਿਲੀਜ਼ ਵੀ ਸੋਸ਼ਲ ਮੀਡੀਆ ਦੇ ਉੱਤੇ ਹੋਊਗਾ। ਤਾਂ ਮੈਂ ਗਗਨ ਤੁਹਾਨੂੰ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਜਿੱਦਾਂ ਕਿ ਅੱਜ ਕੱਲ੍ਹ ਦੇ ਸਿੰਗਰਸ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹਾਂਗੀ, ਬਟ ਕਿ ਕੰਟਰੋਵਰਸੀ ਕਰਕੇ ਅੱਗੇ ਆਉਣਾ ਜ਼ਿਆਦਾ ਵਧੀਆ ਸਮਝਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੰਟਰੋਵਰਸੀ ਕਰਕੇ ਆਪਾਂ ਸ਼ਾਇਦ ਜਲਦੀ ਫੇਮ ਮਿਲ ਜਾਵੇ ਸਾਨੂੰ। ਹਾਂਜੀ, ਐਕਚੁਅਲ 'ਚ ਕੀ ਆ ਨਾ, ਮੇਰੇ ਖਿਆਲ 'ਚ ਕਈ ਜਗ੍ਹਾ ਤੇ ਤਾਂ ਇਹ ਹੋ ਰਿਹਾ ਕਿ ਨਾ ਹੀ ਇਹ ਫਰਕ ਪਤਾ ਲੱਗ ਰਿਹਾ ਕਿ ਇਹ ਬਦਨਾਮੀ ਆ ਕਿ ਮਸ਼ਹੂਰੀ ਆ। ਬਿਲਕੁਲ, ਕਈ ਬੰਦੇ ਆਪਣੇ ਆਪ ਨੂੰ ਮਸ਼ਹੂਰ ਸਮਝਦੇ ਆ ਪਰ ਉਹ ਬਦਨਾਮ ਨੇ। ਬਿਲਕੁਲ, ਕੁਝ ਉਹਨਾਂ ਨੂੰ ਆਈਡੀਆ ਨਹੀਂ ਹੈਗਾ ਕਿ ਉਹਨਾਂ ਦੇ ਲੋਕ ਹੱਸਣ ਲਈ ਹੀ ਉਹਨਾਂ ਨੂੰ ਸੁਣ ਰਹੇ ਆ, ਜਾਂ ਬਸ ਉਹਨਾਂ ਦਾ ਮਜ਼ਾਕ ਬਣਾਉਣ ਲਈ ਉਹਨਾਂ ਨੂੰ ਸੁਣ ਰਹੇ ਆ। ਸੋ ਕੰਟਰੋਵਰਸੀ ਦੀ ਗੱਲ ਵੀ ਜੇ ਆਪਾਂ ਕਰੀਏ ਨਾ, ਤਾਂ ਇਹ ਵੈਸਟਰਨ ਕਲਚਰ ਸੀਗਾ। ਪਹਿਲਾਂ ਜਿਹੜੇ ਕਾਲੇ ਰੈਪਰ ਹੁੰਦੇ ਸੀ ਉਹ ਇੱਕ ਦੂਜੇ ਨੂੰ ਗਾਣਿਆਂ ਦੇ ਵਿੱਚ ਮਾੜਾ ਚੰਗਾ ਬੋਲਦੇ ਸੀ, ਤਾਂ ਲੋਕ ਉਧਰ ਦਾ ਕਲਚਰ ਹੈ। ਆਪਾਂ ਹਰ ਚੀਜ਼ ਦੇ ਵਿੱਚ ਵੈਸਟਰਨ ਕਲਚਰ ਨੂੰ ਅਡਾਪਟ ਕਰਦੇ ਹੀ ਜਾ ਰਹੇ ਹਾਂ, ਤੇ ਸਿੰਗਿੰਗ 'ਚ ਵੀ ਕਰ ਰਹੇ ਆ। ਬਾਕੀ ਵੀ ਉਹੀ ਗੱਲ ਆ ਵੀ ਕਿਸੇ ਲਈ ਮਾਂ ਵਾਦੀ, ਕਿਸੇ ਲਈ ਸਵਾਦੀ, ਜਿਹਦੇ ਲਈ ਲੋਟ ਆਇਆ, ਜਿਨ੍ਹਾਂ ਨੇ ਇਸ ਦੌਰ ਦੇ ਵਿੱਚ ਕਮਾ ਲਏ 4 ਪੈਸੇ, ਉਹਨਾਂ ਲਈ ਵਧੀਆ। ਪਰ ਪਹਿਲਾਂ ਤਾਂ ਜਿਹੜੇ ਸਿੰਗਰ ਨੇ ਆਪਣੇ ਗੀਤਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਨਿਸ਼ਾਨੇ ਵਿੰਨ੍ਹਦੇ ਨੇ, ਉਹ ਗੱਲ ਵੱਖਰੀ ਹੋ ਗਈ। ਫਿਰ ਉਹ ਤੋਂ ਬਾਅਦ ਜਿਹੜੇ ਉਹਨਾਂ ਦੇ ਫੈਨਸ ਨੇ, ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਹੁੰਦੇ ਨੇ, ਆਪਸ 'ਚ ਲੜਦੇ ਝਗੜਦੇ ਨੇ। ਬਸ ਮੈਂ ਉਹੀ ਗੱਲ ਕਹੂੰਗਾ, ਇਹਦੇ 'ਚ ਨਾ ਤਾਂ ਫੈਨਸ ਦਾ ਕੋਈ ਕਸੂਰ ਆ, ਨਾ ਹੀ ਇਹ ਬਦਲਾਵ ਹੈ। ਇੱਕ ਸਮਾਂ ਬਦਲ ਰਿਹਾ ਤੇ ਸਮੇਂ ਦੇ ਨਾਲ ਸਾਰੀਆਂ ਚੀਜ਼ਾਂ ਬਦਲ ਰਹੀਆਂ, ਸਿੰਗਰ ਵੀ ਬਦਲ ਰਹੇ ਆ, ਆਡੀਅנס ਵੀ ਬਦਲ ਰਹੀ ਹੈ। ਹੁਣ ਆਡੀਅנס ਦੀ ਜਿਹੜੀ ਉਮਰ ਰਹਿ ਗਈ ਆ ਮੇਰੇ ਖਿਆਲ 'ਚ, ਉਹ 14-15 ਸਾਲ ਤੋਂ ਲੈ ਕੇ 20-21 ਸਾਲ, 23-24 ਸਾਲ ਤੱਕ ਰਹਿ ਗਈ। ਪਰ ਉਹਨਾਂ ਨੂੰ ਜਿੰਨੀ ਕੁ ਵਿਚਾਰਿਆਂ ਨੂੰ ਜਿਸ ਤਰੀਕੇ ਨਾਲ ਉਹਨਾਂ ਨੂੰ ਚੰਗਾ ਲੱਗਦਾ ਉਸ ਤਰੀਕੇ ਨਾਲ ਕਰਦੇ ਆ ਜੀ। ਜਿਹੜੀ ਚੀਜ਼ ਪਹਿਲਾਂ ਬਾਲੀਵੁੱਡ ਦੇ ਵਿੱਚ ਹੁੰਦੀ ਸੀ ਨਾ, ਹੁਣ ਉਹ ਕਿਤੇ ਨਾ ਕਿਤੇ ਬਾਲੀਵੁੱਡ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਜਿੱਦਾਂ ਮੈਂ ਕਹਿ ਲਵਾਂ ਕਿ ਕਿਹਾ ਜਾਂਦਾ ਕਿ ਕੁਝ ਅਜਿਹੇ ਜਿਹੜੇ ਮੇਨ ਜਿਹੜੇ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਇੱਕ ਲੌਬੀ ਬਣਾ ਲਈ ਹੈ ਕਿ ਉਹ ਕਿਸੇ ਹੋਰ ਨੂੰ ਅੱਗੇ ਨਹੀਂ ਆਉਣ ਦੇਣਗੇ। ਇਹਦੇ ਨਾਲ ਕਿੰਨਾ ਕੁ ਇਫੈਕਟ ਹੁੰਦਾ ਹੈ ਅੱਗੇ ਆਉਣ ਦੇਣਾ? ਦੇਖੋ ਜੀ, ਜੇ ਕਿਸੇ ਦੇ ਹੱਥ 'ਚ ਹੋਵੇ ਇਹ ਗੱਲ, ਮੇਰੇ ਹੱਥ 'ਚ ਹੋਵੇ ਤਾਂ ਮੈਂ ਕਿਸੇ ਨੂੰ ਅੱਗੇ ਆਉਣ ਦੇਵਾਂ ਹੀ ਨਾ। ਅੱਗੇ ਆਉਣ ਦੇਣਾ ਜਾਂ ਅੱਗੇ ਆਉਣਾ, ਉਹ ਦੋਨੇ ਅਲੱਗ-ਅਲੱਗ ਚੀਜ਼ਾਂ ਨੇ। ਜਿਹਦੇ 'ਚ ਟੈਲੈਂਟ ਹੈ, ਜਿਹਦੇ ਦੇਖੋ ਆਵਾਮ ਜਿਹਨੂੰ ਪਸੰਦ ਕਰਦੀ ਹੈ, ਬਹੁਤ ਸਾਰੇ ਐਗਜ਼ਾਮਪਲ ਆਰਟਿਸਟ ਨੇ ਜਿਹੜੇ ਕਿਸੇ ਪਲੇਟਫਾਰਮ ਤੇ ਰਿਲੀਜ਼ ਨਹੀਂ ਕਦੇ ਹੋਏ, ਤੇ ਉਹ ਸਿੱਧੇ ਆਡੀਅנס ਤੱਕ ਪਹੁੰਚੇ ਆ, ਚਾਹੇ ਉਹ YouTube ਥਰੂ ਪਹੁੰਚੇ ਆ, ਸ਼ਾਇਦ ਉਹ ਲਾਈਵ ਸ਼ੋਆਂ ਦੌਰਾਨ ਪਹੁੰਚੇ ਆ, ਉੱਥੋਂ ਸਟਾਰ ਬਣ ਕੇ ਫਿਰ ਉਹ ਜਾ ਕੇ ਕੈਸਟੀ ਕਲਾਕਾਰ ਫਿਰ ਬਣੇ ਆ, ਰਿਕਾਰਡਿੰਗ ਕਲਾਕਾਰ ਫਿਰ ਬਣੇ ਆ। ਕੋਈ ਕਿਸੇ ਨੂੰ ਦਬਾ ਨਹੀਂ ਸਕਦਾ, ਕੋਈ ਕਿਸੇ ਨੂੰ। ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਇੰਨਾ ਸਪੋਰਟਿਵ ਹੈ, ਤੁਹਾਡੇ 'ਚ ਕੁਝ ਹੋਣਾ ਚਾਹੀਦਾ ਤੇ ਆਵਾਮ ਆਪੇ ਤੁਹਾਨੂੰ ਪਸੰਦ ਕਰ ਲੈਂਦੀ ਹੈ, ਲੋਕਾਂ ਤੱਕ ਪਹੁੰਚਣਾ ਹੋਣਾ ਚਾਹੀਦਾ। ਬਿਲਕੁਲ, ਟੈਲੈਂਟ ਹੋਣਾ ਚਾਹੀਦਾ। ਜੇ ਤੁਹਾਡੇ ਵਿੱਚ ਟੈਲੈਂਟ ਹੈ ਤਾਂ ਫਿਰ ਤੁਹਾਨੂੰ ਕੋਈ ਵੀ ਅਜਿਹੀ ਦੁਨੀਆ ਦੀ ਤਾਕਤ ਨਹੀਂ ਹੈ ਕਿ ਮੁਸ਼ਕਿਲਾਂ ਹਰ ਜਗ੍ਹਾ ਆਉਂਦੀਆਂ, ਮੁਸ਼ਕਿਲਾਂ ਤਾਂ ਹਰ ਜਗ੍ਹਾ ਆਉਂਦੀਆਂ ਨਾ। ਆਪਾਂ ਇੱਕ ਪਿੰਡ ਦੀ ਸਰਪੰਚੀ ਲੈਣੀ ਬਹੁਤ ਔਖੀ ਆ, ਤੇ ਜੇ ਆਪਾਂ ਗਾਇਕੀ ਦੀ ਗੱਲ ਕਰੀਏ, ਪੰਜਾਬੀ ਗਾਇਕੀ ਪਹਿਲਾਂ ਹੁੰਦੀ ਸੀ ਇਕੱਲੇ ਪੰਜਾਬ ਲਈ, ਫਿਰ ਇਹ ਚਲੀ ਗਈ ਆਪਣੇ ਪ੍ਰਵਾਸੀ ਪੰਜਾਬੀਆਂ ਲਈ। ਹੁਣ ਤਾਂ ਜਿਹੜੇ ਨਾਨ ਪੰਜਾਬੀ ਨੇ ਉਹ ਵੀ ਸੁਣਦੇ ਆ। ਆਪਾਂ ਪਹਿਲਾਂ ਸੋਚਦੇ ਸੀ ਸਾਡੇ ਗਾਣੇ ਲੰਡਨ ਵੱਜਦੇ ਆ, ਲੰਡਨ ਪਹਿਲਾਂ ਗੋਰੇ ਨਹੀਂ ਸੀ ਸਾਡੇ ਸੁਣਦੇ ਪੰਜਾਬੀ ਸੀ। ਹੁਣ ਤਾਂ ਨਾਨ ਪੰਜਾਬੀ ਵੀ ਸਾਡੇ ਗਾਣੇ ਸੁਣਦੇ ਆ, ਗੋਰੇ ਵੀ ਸੁਣਦੇ, ਕਾਲੇ ਵੀ ਸੁਣਦੇ ਆ, ਹਿਮਾਚਲੀ ਵੀ ਸੁਣਦੇ ਆ, ਹਰਿਆਣਵੀ ਵੀ ਸੁਣਦੇ ਆ। ਤੁਸੀਂ ਕਿੱਥੋਂ ਤੱਕ ਮਰਜ਼ੀ ਚਲੇ ਜਾਓ। ਮੈਂ ਖੁਦ ਆਪ ਬਹੁਤ ਜਗ੍ਹਾ ਪਰਫਾਰਮ ਕੀਤਾ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਸਤਿ ਸ੍ਰੀ ਅਕਾਲ ਤੋਂ ਇਲਾਵਾ ਕੋਈ ਚੀਜ਼ ਸਮਝ ਨਹੀਂ ਆਉਂਦੀ, ਪਰ ਉਹ ਪੰਜਾਬੀ ਗਾਣੇ ਸੁਣਦੇ ਨੇ ਤੇ ਉਹਨਾਂ ਨੂੰ ਗਾਉਂਦੇ ਵੀ ਨੇ, ਗਾਉਂਦੇ ਆ ਨਾਲ, ਬਿਲਕੁਲ ਗਾਉਂਦੇ ਆ। ਬਿਲਕੁਲ। ਜੇ ਤੁਹਾਨੂੰ ਜਿੱਦਾਂ ਤੁਸੀਂ ਪੰਜਾਬੀ ਗੀਤ ਗਾਏ ਨੇ, ਉਹ ਤੋਂ ਬਾਅਦ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਇੱਕ ਫਿਲਮ ਦੇ ਵਿੱਚ ਵੀ ਤੁਸੀਂ ਟਾਈਟਲ Song ਕੀਤਾ, ਫਿਰ ਉਹ ਚੀਜ਼ ਉੱਥੇ ਕਿਉਂ ਰੁਕ ਗਈ? ਉਹ ਤੋਂ ਬਾਅਦ ਤੁਸੀਂ ਅੱਗੇ ਬਾਲੀਵੁੱਡ ਦੇ ਵਿੱਚ ਕਿੱਦਾਂ ਤੁਹਾਡਾ ਸਫ਼ਰ ਰਿਹਾ ਹੈ? ਉਹ ਗੀਤ ਇਦਾਂ ਸੀ ਜੀ ਕਿ ਹਨੀ ਸਿੰਘ ਉਹਨਾਂ ਨੇ ਇੱਕ ਉਹਨਾਂ ਨੂੰ ਫਿਲਮ ਆਫਰ ਹੋਈ ਸੀ, ਸ਼ਕਲ ਪੇ ਮਤ ਜਾ, ਇੱਕ ਮੂਵੀ ਸੀ, ਉਹਦਾ ਟਾਈਟਲ Song ਉਹਨਾਂ ਨੇ ਐਜ਼ ਏ ਰੈਪਰ ਪਹਿਲੀ ਵਾਰੀ ਬਾਲੀਵੁੱਡ ਦੇ ਵਿੱਚ ਕਰਨਾ ਸੀ। ਸਲੀਮ ਸੁਲੇਮਾਨ ਦਾ ਮਿਊਜ਼ਿਕ ਸੀ। ਮੈਨੂੰ ਉਹਨਾਂ ਨੇ ਅਪਰੋਚ ਕੀਤਾ ਕਿ ਉਹ ਗਾਣਾ ਅਸੀਂ ਤੇਰੇ ਤੋਂ ਗਾਉਣਾ ਚਾਹੁੰਦੇ ਹਾਂ। ਪਹਿਲਾਂ ਮੈਨੂੰ ਯਕੀਨ ਹੀ ਨਹੀਂ ਆਇਆ, 2-3 ਦਿਨ ਤਾਂ ਮੈਂ ਉਹਨਾਂ ਦੇ ਫੋਨ ਨਹੀਂ ਚੱਜ ਨਾਲ ਅਟੈਂਡ ਕੀਤੇ, ਇਗਨੋਰ ਕਰੀ ਗਿਆ। ਫਿਰ ਇੱਕ ਅਸੀਂ ਲਾਈਵ ਸ਼ੋਅ ਤੇ ਇਕੱਠੇ ਹੋਏ ਸੀ, ਉੱਥੇ ਭਾਜੀ ਮੈਨੂੰ ਕਹਿੰਦੇ ਕਿ ਯਾਰ ਮੈਂ ਤੈਨੂੰ ਫੋਨ ਕਰ ਰਿਹਾ ਤੇ ਤੂੰ ਮੈਨੂੰ ਜਵਾਬ ਨਹੀਂ ਸਹੀ ਤਰੀਕੇ ਨਾਲ ਦੇ ਰਿਹਾ। ਮੈਂ ਕਿਹਾ ਭਾਜੀ ਮੈਨੂੰ ਲੱਗਿਆ ਕੋਈ ਮੇਰਾ ਮਜ਼ਾਕ ਉਡਾਉਂਦਾ, ਤੇ ਫਿਰ ਅਸੀਂ ਉਹ ਰਿਕਾਰਡ ਕੀਤਾ, ਗੀਤ ਬਹੁਤ ਸੋਹਣਾ ਬਣ ਗਿਆ। ਬਟ ਉਹ ਪ੍ਰੋਬਲਮ ਕੀ ਸੀ, ਉਹ ਫਿਲਮ ਦੀ ਡਿਮਾਂਡ ਦੇ ਤੌਰ ਤੇ ਨਾ ਉਹ ਥੋੜਾ ਗਾਣਾ ਪੰਜਾਬ ਦੇ ਮਾਹੌਲ ਦੇ ਹਿਸਾਬ ਨਾਲ ਠੀਕ ਨਹੀਂ ਸੀ। ਸੋ ਪੰਜਾਬੀ ਚੈਨਲਾਂ ਨੇ ਉਹ ਗੀਤ ਨਹੀਂ ਚਲਾਇਆ, ਉਹ MTV VTV ਤੇ ਗੀਤ ਚੱਲਿਆ। ਉਹ ਮੂਵੀ ਵੀ ਪੰਜਾਬ 'ਚ ਰਿਲੀਜ਼ ਨਹੀਂ ਹੋ ਪਾਈ, ਉਹਨੂੰ ਕੋਈ ਨਾਰਥ ਦੇ ਵਿੱਚ ਕੋਈ ਪ੍ਰੋਬਲਮ ਹੋ ਗਈ ਸੀ, ਕੁਛ ਉਹਦੇ 'ਚ ਇੱਦਾਂ ਦਾ ਕੰਟੈਂਟ ਸੀਗਾ। ਸੋ ਇੱਕ ਤਾਂ ਇਹ ਗੈਪ ਰਿਹਾ ਕਿ ਮੈਂ ਉਹ ਮੂਵੀ ਇੱਧਰ ਰਿਲੀਜ਼ ਨਾ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਅੱਜ ਵੀ ਨਾ ਪਤਾ ਹੋਵੇ ਵੀ ਉਹ ਗੀਤ ਮੈਂ ਗਾਇਆ ਸੀ। ਬਾਕੀ ਕੁਝ ਉਸ ਤੋਂ ਬਾਅਦ ਸਮਾਂ ਇੱਦਾਂ ਦਾ ਸੀ ਕਿ ਮੈਂ ਆਪਦੀ ਗੱਲ ਕਰਾਂ, ਆਪਦੀਆਂ ਗਲਤੀਆਂ ਦੀ ਗੱਲ ਕਰਾਂ, ਤਾਂ ਮੈਂ ਕੁਝ ਮਾੜੀਆਂ ਸੰਗਤਾਂ ਦੇ ਵਿੱਚ ਪੈ ਗਿਆ। ਉਹਦੇ ਕਰਕੇ ਜਿਹੜਾ ਮੇਰਾ ਗੈਪ ਜ਼ਿਆਦਾ ਹੋ ਗਿਆ, ਮੈਂ ਕੰਮ ਤੋਂ ਥੋੜ੍ਹਾ ਜਿਹਾ ਦੂਰ ਚਲਾ ਗਿਆ। ਤਾਂ ਹੁਣ ਉਹ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਤੁਹਾਡਾ ਗਾਣਾ ਹੁਣ ਜਿਹੜਾ ਲੇਟੈਸਟ ਗਾਣਾ ਆਇਆ ਤੁਹਾਡਾ ਪੰਗਾ, ਇਹ ਗਾਣੇ ਨੂੰ ਦੇਖਾਂ ਤੇ ਜਿਹੜੇ 10 ਸਾਲ ਪੁਰਾਣੇ
ਜੱਟ ਗਾਣੇ ਨੂੰ ਵੇਖਾਂ ਜੀ ਤਾਂ ਮੈਨੂੰ ਕੁਝ ਚੀਜ਼ ਕਾਮਨ ਲੱਗਦੀ ਹੈ ਕਿ ਉਹੀ ਕਰੰਟ ਉਸ ਵੇਲੇ ਵੀ ਸੀਗਾ ਤੇ ਉਹੀ ਕਰੰਟ ਹੁਣ ਵੀ ਜਿਹੜਾ ਅੱਜ ਦੀ ਆਡੀਅנס ਭਾਲਦੀ ਹੈ ਉਹ ਕਰੰਟ ਤੁਸੀਂ ਉਸ ਟਾਈਮ ਦੇ ਚੁੱਕੇ ਸੀਗੇ ਉਹਨਾਂ ਨੂੰ। ਫਿਰ ਇਹ ਗੈਪ ਆਉਣਾ ਕੀ ਚੱਕਰ ਸੀ ਇਹਦਾ? ਇਹ ਕੀ ਹੁੰਦਾ ਨਾ ਕਿ ਹਰ ਬੰਦੇ ਲਈ ਕਾਮਯਾਬੀ ਨਹੀਂ ਬਣੀ ਹੁੰਦੀ, ਹਰ ਬੰਦਾ ਕਾਮਯਾਬੀ ਸਾਂਭ ਨਹੀਂ ਸਕਦਾ। ਜਦੋਂ ਤੁਹਾਨੂੰ ਛੋਟੀ ਉਮਰ 'ਚ ਫੇਮ ਮਿਲ ਜੇ, ਸਾਂਭਣ ਵਾਲਾ ਸਮਝਾਉਣ ਵਾਲਾ ਕੋਈ ਨਾ ਹੋਵੇ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗਲਤੀਆਂ ਇਨਸਾਨ ਕਰ ਲੈਂਦਾ ਵੀ ਜਿਹੜੀਆਂ ਉਹਨੂੰ ਕੁਝ ਸਾਲ ਪਿੱਛੇ ਲੈ ਜਾਂਦੀਆਂ। ਮੇਰੀ ਬਦਕਿਸਮਤੀ ਇਹ ਰਹੀ ਕਿ ਮੈਂ ਕੁਝ ਇਹੋ ਜਿਹੀ ਸੰਗਤ 'ਚ ਪਿਆ ਜਿਨ੍ਹਾਂ ਨੇ ਮੈਨੂੰ ਰਾਹ ਤੋਂ ਭਟਕਾਤਾ, ਤੇ ਕੁਝ ਖੁਸ਼ਕਿਸਮਤੀ ਮੇਰੀ ਇਹੋ ਜਿਹੀ ਰਹੀ ਕਿ ਚੰਗੇ ਟਾਈਮਾਂ ਦੇ ਦੌਰਾਨ ਮੈਂ ਕੁਝ ਇਹੋ ਜਿਹੇ ਚੰਗੇ ਥੰਮ ਭਰਾ ਯਾਰ ਬਣਾਏ ਆਪਦੇ ਜਿਨ੍ਹਾਂ ਨੇ ਮੈਨੂੰ ਕਦੇ ਪਿੱਛੇ ਨਹੀਂ ਡਿੱਗਣ ਦਿੱਤਾ। ਹੁਣ ਵੀ ਮੈਂ ਸਾਰਾ ਕੁਝ ਛੱਡ ਛਡਾ ਕੇ ਮੈਂ ਇੱਕ ਵਾਰੀ ਅਲੋਪ ਹੀ ਹੋ ਗਿਆ ਸੀ ਇਸ ਕੰਮ ਤੋਂ, ਮੈਂ ਗੈਪ ਪੈ ਗਿਆ ਸੀ ਮੇਰਾ, ਤਾਂ ਮੈਨੂੰ ਐਸ ਮੁਖਤਿਆਰ ਭਾਜੀ ਉਹ ਵਾਪਸ ਲੈ ਕੇ ਆਏ। ਅਸੀਂ ਆ ਜਿਹੜਾ ਗਾਣਾ ਅੱਜ ਰਿਲੀਜ਼ ਕੀਤਾ ਇਹ ਵੀ ਅਸੀਂ ਫੈਬ ਦੇ ਵਿੱਚ ਸ਼ੂਟ ਕਰ ਲਿਆ ਸੀਗਾ, ਤਾਂ ਇਹ ਵਾਪਸ ਅਸੀਂ ਰਿਕਾਰਡ ਕੀਤੇ, ਗਾਣੇ ਸ਼ੂਟ ਕੀਤੇ। ਕਮਲਪ੍ਰੀਤ ਜੌਨੀ ਨੇ ਮੇਰੀ ਬਹੁਤ ਸਪੋਰਟ ਕੀਤੀ, ਉਹਨਾਂ ਨੇ ਕਿਹਾ ਨਹੀਂ ਹਜੇ ਮੁੱਕਿਆ ਨਹੀਂ ਤੇ ਤੂੰ ਵਾਪਸ ਆ, ਹਜੇ ਤੂੰ ਕੁਝ ਕਰ ਸਕਦਾ। ਜੀ ਬਿਲਕੁਲ। ਜਿਹੜੇ ਸਾਡੇ ਨਵੇਂ ਜਿਹੜੇ ਕਹਿ ਲਈਏ ਕਿ ਛੋਟੇ ਛੋਟੇ ਉਹ ਜਵਾਕ ਜਿਹੜੇ ਕਿ ਸੁਪਨੇ ਦੇਖਦੇ ਨੇ ਸਿੰਗਰ ਬਣਨ ਦੇ, ਹਾਂਜੀ, ਉਹਨਾਂ ਦਾ ਪਹਿਲੀ ਗੱਲ ਤਾਂ ਕੀ ਹੁੰਦੀ ਕਿ ਉਹ ਲਾਈਫ ਸਟਾਈਲ ਦੇਖ ਕੇ ਜਿਹੜੇ ਉਹ ਪ੍ਰਭਾਵਿਤ ਹੋ ਜਾਂਦੇ ਨੇ ਕਿ ਇਹਨਾਂ ਦਾ ਲਾਈਫ ਸਟਾਈਲ, ਉਹਨਾਂ ਨੂੰ ਨਹੀਂ ਪਤਾ ਕਿ ਅੱਗੇ ਕਿਹੜੀਆਂ ਸਮੱਸਿਆਵਾਂ ਆਉਣਗੀਆਂ ਅੱਗੇ ਜਾ ਕੇ। ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੇ ਨਵੇਂ ਉੱਠ ਰਹੇ ਨੇ ਗਾਇਕ ਕਹਿ ਲਈਏ, ਆਉਣ ਵਾਲੇ ਫਿਊਚਰ ਗਾਇਕ, ਉਹਨਾਂ ਨੂੰ ਕੀ ਸਮੱਸਿਆਵਾਂ ਆ ਸਕਦੀਆਂ ਨੇ? ਦੇਖੋ, ਸਮੱਸਿਆ ਕਿਸੇ ਨੂੰ ਇਸ ਗੱਲ ਕਰਕੇ ਨਹੀਂ ਆਉਂਦੀ ਵੀ ਉਹ ਐਜ਼ ਏ ਗਾਇਕ ਸਟਾਰ ਹੋ ਜੇ ਕੱਲ ਨੂੰ। ਕਾਮਯਾਬੀ ਕਿਸੇ ਵੀ ਫੀਲਡ ਦੇ ਵਿੱਚ ਜਿਹੜਾ ਕਾਮਯਾਬੀ ਦਾ ਨਸ਼ਾ ਉਹ ਮਾੜਾ, ਚਾਹੇ ਤੁਸੀਂ ਗਾਇਕੀ ਦੀ ਗੱਲ ਕਰੋ, ਚਾਹੇ ਤੁਸੀਂ ਹੋਰ ਵੀ ਕਿਸੇ ਪ੍ਰੋਫੈਸ਼ਨ ਨਾਲ ਰਿਲੇਟਡ ਹੋ। ਸੋ ਕਾਮਯਾਬੀ ਸਾਂਭਣ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਹੰਬਲ ਰਹੋ ਤੇ ਤੁਹਾਨੂੰ ਇਹ ਪਤਾ ਹੋਵੇ ਵੀ ਤੁਸੀਂ ਕਿੱਥੋਂ ਆਏ ਹੋ ਤੇ ਤੁਸੀਂ ਕਿੱਥੇ ਜਾ ਰਹੇ ਹੋ। ਜਦੋਂ ਤੁਸੀਂ ਇੱਕ ਵਾਰੀ, ਮੈਂ ਆਪਦੀ ਗੱਲ ਕਰਾਂ ਤਾਂ ਜਦੋਂ ਮੈਂ ਸ਼ੁਰੂ ਕੀਤਾ ਸੀ ਘਰ ਦੇ ਵੀ ਸਪੋਰਟ ਨਹੀਂ ਸੀ ਕਰਦੇ, ਨਾ ਹੀ ਕੋਈ ਹੋਰ ਇਹੋ ਜਿਹਾ ਬੰਦਾ ਬਾਂਹ ਫੜਦਾ ਸੀ ਕਿ ਜਿਹਨੂੰ ਜਿਹਦੇ ਕਰਕੇ ਇਹ ਦਿਮਾਗ 'ਚ ਚੀਜ਼ ਆਉਂਦੀ ਵੀ ਯਾਰ ਹਾਂ ਇਹ ਹੈਗਾ, ਇਹ ਮੈਨੂੰ ਕਿਤੇ ਨਾ ਕਿਤੇ ਪਹੁੰਚਾ ਦਊਗਾ। ਬਹੁਤ ਧੱਕੇ ਖਾਧੇ, ਨਾ ਬੱਸਾਂ ਦੇ ਕਿਰਾਏ ਸੀ ਨਾ ਆਟੋਆਂ ਦੇ ਸੀ। ਫਿਰ ਜਦੋਂ ਤੁਸੀਂ ਹਿੱਟ ਹੋ ਜਾਂਦੇ ਹੋ, ਜਦੋਂ ਮੈਂ ਹਿੱਟ ਹੋਇਆ, ਗੀਤ ਹਰ ਜਗ੍ਹਾ ਵੱਜਣ ਲੱਗ ਗਿਆ, ਪਛਾਣ ਮਿਲਣ ਲੱਗ ਗਈ, ਲੋਕ ਤੁਰੇ ਜਾਂਦੇ ਨੂੰ ਦੇਖ ਕੇ ਪਛਾਣਨ ਲੱਗ ਜਾਂਦੇ ਆ ਨਾ, ਉਹ ਚੀਜ਼ ਦਿਮਾਗ ਨੂੰ ਚੜ੍ਹ ਜਾਂਦੀ ਹੈ ਤੁਹਾਡੇ। ਕਾਮਯਾਬੀ ਜੋ ਦਿਮਾਗ ਨੂੰ ਚੜ੍ਹਦੀ ਆ ਤਾਂ ਉਹ ਜ਼ਹਿਰ ਤੋਂ ਜ਼ਿਆਦਾ ਮਾੜਾ ਅਸਰ ਕਰਦੀ ਆ, ਫਿਰ ਉਹ ਸਾਂਭਣੀ ਬਹੁਤ ਔਖੀ ਹੈ। ਸੋ ਨਵੇਂ ਜਿਹੜੇ ਵੀ ਆ ਰਹੇ ਆ ਮੇਰੇ ਵੀਰ ਭਰਾ, ਉਹਨਾਂ ਨੂੰ ਇਹੀ ਬੇਨਤੀ ਆ ਵੀ ਭਾਈ ਜਿੱਥੋਂ ਆਏ ਹੋ ਇਹ ਨਾ ਭੁੱਲੋ, ਕਿੰਨੀ ਸਟਰਗਲ ਕਰਕੇ ਆਏ ਹੋ ਇਹ ਨਾ ਭੁੱਲੋ। ਕਾਮਯਾਬੀ ਥੋੜੇ ਦਿਨ ਦੀ ਆ, ਆਪਾਂ ਹਮੇਸ਼ਾ ਜਵਾਨ ਨਹੀਂ ਰਹਿ ਸਕਦੇ, ਹਮੇਸ਼ਾ ਟੌਪ ਤੇ ਨਹੀਂ ਰਹਿ ਸਕਦੇ। ਅੱਜ ਮੈਂ ਆ, ਕੱਲ ਕੋਈ ਹੋਰ ਆ ਜਾਣਾ ਉਸ ਜਗ੍ਹਾ। ਬਿਲਕੁਲ। ਜੇ ਮੈਂ ਗੱਲ ਕਰਾਂ, ਇੱਕ ਹੁੰਦਾ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਜਿਹੜਾ ਫਰਕ ਹੈ ਇੰਡਸਟਰੀ ਦੇ ਵਿੱਚ, ਜਦੋਂ ਮੁੰਡਿਆਂ ਲਈ ਸਰਵਾਈਵ ਕਰਨਾ ਈਜ਼ੀ ਹੈ ਕੁੜੀਆਂ ਨਾਲੋਂ, ਕੁੜੀਆਂ ਨੂੰ ਬਹੁਤ ਕੁਝ ਫੇਸ ਕਰਨਾ ਪੈਂਦਾ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੁੜੀਆਂ ਨੂੰ ਜਿਹੜੀ ਸਮੱਸਿਆਵਾਂ ਆਉਂਦੀਆਂ ਨੇ ਇਹਦੇ ਵਿੱਚ? ਇਹ ਆਪਾਂ ਉਹੀ ਜੇ ਗੱਲ ਕਰੀਏ, ਮੁੱਕਦੀ ਗੱਲ ਤਾਂ ਇੱਥੇ ਆ ਕਿ ਮੁੱਕਦੀ ਆ। ਦੇਖੋ, ਇਹ ਇੰਡਸਟਰੀ ਦਾ ਕੋਈ ਪੱਖਪਾਤ ਨਹੀਂ ਹੈਗਾ, ਇੰਡਸਟਰੀ ਪੱਖਪਾਤ ਨਹੀਂ ਕਰਦੀ। ਇਹ ਆਪਣੇ ਸਮਾਜ 'ਚ ਹੀ ਪੱਖਪਾਤ ਸ਼ੁਰੂ ਤੋਂ ਹੀ ਚੱਲੇ ਆ ਰਿਹਾ, ਬਾਬਾ ਆਦਮ ਵੇਲੇ ਦੇ ਚੱਲੇ ਆ ਰਹੇ ਆ। ਆਪਣਾ ਸਮਾਜ ਹੀ ਦੋ ਚੀਜ਼ਾਂ ਦੇ ਵਿੱਚ ਫਰਕ ਕਰ ਰਿਹਾ, ਉਹਦੇ ਕਰਕੇ ਇੰਡਸਟਰੀ ਦੇ ਵਿੱਚ ਫਰਕ ਆ ਰਿਹਾ। ਹੁਣ ਕੁੜੀਆਂ ਹਰ ਜਗ੍ਹਾ ਤੇ ਅੱਗੇ ਆ ਰਹੀਆਂ, ਤਾਂ ਹੁਣ ਬਹੁਤ ਚੀਜ਼ਾਂ ਪ੍ਰੋਬਲਮਾਂ ਬਹੁਤ ਘਟ ਵੀ ਰਹੀਆਂ। ਅੱਗੇ ਨਾਲੋਂ ਤੁਸੀਂ ਵੇਖੋਗੇ ਤਾਂ ਫੀਮੇਲ ਆਰਟਿਸਟਾਂ ਦੀ ਗਿਣਤੀ ਕਿੰਨੀ ਵਧੀ। ਬਿਲਕੁਲ। ਪਹਿਲੇ ਸਮੇਂ ਦੇ ਵਿੱਚ ਕੋਈ ਗਿਣੇ ਚੁਣੇ ਹੁੰਦੇ ਸੀ, ਪਰ ਅੱਜ ਕੱਲ੍ਹ ਦੇਖੀਏ ਤੁਸੀਂ ਕਿ ਮੁੰਡਿਆਂ ਦੇ ਬਰਾਬਰ ਕੁੜੀਆਂ ਦੇ ਗੀਤ ਜਿਹੜੇ ਟੀਵੀਆਂ ਦੇ ਵਿੱਚ ਮੁੰਡਿਆਂ ਤੋਂ ਜ਼ਿਆਦਾ ਕਹਿ ਲਈਏ। ਤੁਹਾਡੀ ਕੋਈ ਇਸ ਸਮੇਂ ਦੀ ਕੋਈ ਫੇਵਰੇਟ ਜਿਹੜੀ ਪੰਜਾਬੀ ਗਾਇਕਾ ਹੋਵੇ? ਸਾਰੇ ਫੇਵਰੇਟ ਨੇ ਜੀ, ਤੇ ਮੈਂ ਇੱਕ ਦਾ ਨਾਮ ਲਵਾਂ ਤੇ ਕੋਈ ਦੂਜੇ ਨੇ ਗੁੱਸਾ ਕਰ ਜਾਣਾ। ਨਹੀਂ, ਜਿਹੜੀ ਤੁਹਾਨੂੰ ਤੁਹਾਡੇ ਦਿਲ ਨੂੰ ਚੰਗੀ ਲੱਗਦੀ ਕਿ ਹਾਂ ਇਹਦੇ ਨਾਲ ਮੈਂ ਗਾਣਾ ਵੀ ਕਰਨਾ ਹੈ। ਮੈਨੂੰ ਨਿਮਰਤ ਮੈਮ ਦੇ ਗਾਣੇ ਅੱਛੇ ਲੱਗਦੇ ਆ। ਹਾਲਾਂਕਿ ਮੈਂ ਮਤਲਬ ਜੇ ਕਿਹਾ ਜਾਵੇ ਤਾਂ ਮੈਂ ਗਾਣੇ ਸਾਰੇ ਬਹੁਤ ਘੱਟ ਸੁਣਦਾ ਤੇ ਜਿੰਨੇ ਵੀ ਸੁਣਦਾ, ਪਰ ਉਹਨਾਂ ਦੇ ਮੈਨੂੰ ਗੀਤ ਵਧੀਆ ਲੱਗਦੇ ਆ। ਡੀਸੈਂਸੀ ਉਹਨਾਂ ਦੇ ਗੀਤਾਂ 'ਚ ਹੁੰਦੀ ਹੈ ਤੇ ਜਿਹੜੇ ਆਪਾਂ ਬਹਿ ਕੇ ਸੁਣ ਸਕਦੇ ਆ, ਪਰਿਵਾਰ 'ਚ ਵੀ ਸੁਣ ਸਕਦੇ ਆ। ਉਹਨਾਂ ਦਾ ਪਹਿਰਾਵਾ ਜਿੱਦਾਂ ਉਹ ਕੈਰੀ ਕਰਦੇ ਆ ਆਪਣੇ ਆਪ ਨੂੰ ਸਟੇਜ ਤੇ ਜਾਂ ਵੀਡੀਓਜ਼ ਦੇ ਵਿੱਚ, ਉਹ ਬਹੁਤ ਬਹੁਤ ਵਧੀਆ ਲੱਗਦਾ। ਬਿਲਕੁਲ। ਤੇ ਤੁਸੀਂ ਮਤਲਬ ਰੋਲ ਮਾਡਲ ਕਿਹਨੂੰ ਸਮਝਦੇ ਆਪਣਾ, ਜਿਹਨੂੰ ਦੇਖ ਕੇ ਤੁਸੀਂ ਗਾਣਾ ਸਿੱਖਿਆ ਹੋਵੇ? ਮੈਂ ਗਾਉਣਾ ਵੈਸੇ ਮੈਂ ਕਿਸੇ ਤੋਂ ਨਾ ਸਿੱਖਿਆ ਹੀ ਆ, ਨਾ ਹੀ ਮੈਂ ਬਹੁਤਾ ਪ੍ਰਭਾਵਿਤ ਸੀ। ਗਾਉਣਾ ਜਿਵੇਂ ਕਹ ਲਓ ਮੇਰੇ ਬਲੱਡ 'ਚ ਸੀਗਾ। ਮੇਰੇ ਫਾਦਰ ਸਾਹਿਬ ਬਹੁਤ ਅੱਛਾ ਲਿਖ ਲੈਂਦੇ ਆ, ਬਹੁਤ ਅੱਛਾ ਗਾ ਵੀ ਲੈਂਦੇ ਆ, ਪਰ ਉਹ ਪ੍ਰੋਫੈਸ਼ਨਲੀ ਨਹੀਂ ਉਹਨਾਂ ਨੇ ਅਡਾਪਟ ਕੀਤਾ। ਉਹ ਕਹਿ ਲਓ ਵੀ ਟਾਈਮ ਨਾਲ ਹੀ ਜ਼ਿੰਮੇਵਾਰੀਆਂ ਸੀਗੀਆਂ, ਉਹ ਉੱਧਰ ਹੀ ਬਿਜ਼ੀ ਰਹੇ। ਤਾਂ ਮੈਂ ਗਾਉਂਦਾ ਤਾਂ ਸ਼ੁਰੂ ਤੋਂ ਹੀ ਸੀ, ਫਿਰ ਸੁਣਦੇ ਤਾਂ ਸੀ। ਜਿਵੇਂ ਹੁਣ ਮੈਂ ਬਠਿੰਡੇ ਤੋਂ ਆ, ਸਾਡੇ ਕਨੀ ਤਾਂ ਮਾਨਕ ਸਾਹਿਬ ਲੈਜੈਂਡ ਮੰਨੇ ਜਾਂਦੇ ਆ, ਉਹਨਾਂ ਨੂੰ ਸੁਣਦੇ ਸੀ। ਮਾਨ ਸਾਹਿਬ, ਗੁਰਦਾਸ ਮਾਨ ਸਾਹਿਬ ਨੂੰ ਸੁਣਦੇ ਸੀ, ਬੱਬੂ ਮਾਨ ਸਾਹਿਬ ਨੂੰ ਸੁਣਦੇ ਸੀ। ਜਦੋਂ ਤੋਂ ਮਤਲਬ ਮੈਂ ਸੁਣਨ ਲੱਗਿਆ, ਸਭ ਨੂੰ ਸੁਣੀ ਜਾਂਦਾ। ਫਿਰ ਜਿਹੜੀ ਚੀਜ਼ ਚੰਗੀ ਲੱਗਦੀ ਆ ਉਧਰ ਨੂੰ ਬੰਦਾ ਅਟਰੈਕਟ ਹੋ ਜਾਂਦਾ। ਬਿਲਕੁਲ, ਜਿਹੜੀ ਚੀਜ਼ ਚੰਗੀ ਲੱਗਦੀ ਹੈ, ਜਿਹਦੇ ਵਿੱਚ ਵੀ ਚੰਗੀ ਲੱਗਦੀ ਹੈ, ਉਹਨੂੰ ਅਡੋਪਟ ਕਰਨਾ ਚਾਹੀਦਾ, ਮਾੜੀ ਚੀਜ਼ ਨੂੰ ਛੱਡ ਕੇ। ਜੇ ਮੈਂ ਗੱਲ ਕਰਾਂ ਕਿ ਗਗਨ ਸਿੱਧੂ ਅੱਜ ਇੱਕ ਨਾਮ ਬਣ ਗਿਆ, ਲੋਕੀ ਜਾਣਦੇ ਨੇ, ਤੁਸੀਂ ਇਹ ਮੁਕਾਮ ਹਾਸਲ ਕਰ ਲਿਆ, ਇਹ ਤੋਂ ਅੱਗੇ ਤੁਹਾਡਾ ਟਾਰਗੇਟ ਹੁਣ ਕਿਹੜਾ ਟਾਰਗੇਟ ਰਹਿ ਗਿਆ ਤੁਹਾਡਾ ਜਿਹੜਾ ਤੁਸੀਂ ਅਚੀਵ ਕਰਨਾ ਹੈ?
ਟਾਰਗੇਟ ਦੇਖੋ, ਟਾਰਗੇਟ ਲੈ ਕੇ ਤਾਂ ਜਦੋਂ ਮੈਂ ਛੋਟੇ ਗੋਲ ਬਣਾਉਣਾ ਜ਼ਿੰਦਗੀ 'ਚ, ਜ਼ਿਆਦਾ ਲੰਬੇ ਨਹੀਂ। ਜੀ। ਜਿੱਦਾਂ ਆਪਾਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਕਹਾਂ ਕਿ ਜੇ ਮੈਂ ਤੁਹਾਨੂੰ ਕਹਾਂ ਵੀ ਤੁਸੀਂ 100 ਕਿਲੋਮੀਟਰ ਦਾ ਜਿਹੜਾ ਗੇੜਾ ਉਹ ਇੱਕ ਵਾਰੀ 'ਚ ਪੂਰਾ ਕਰਨਾ ਤੁਹਾਡੇ ਤੋਂ ਨਹੀਂ ਹੋਣਾ। ਜੇ ਮੈਂ ਤੁਹਾਨੂੰ ਕਹਾਂ ਵੀ ਕਿਲੋਮੀਟਰ ਦੇ ਤੁਸੀਂ ਮੈਨੂੰ ਰਾਊਂਡ ਲਾ ਕੇ ਦਿਖਾਓ ਤਾਂ ਸ਼ਾਇਦ ਤੁਸੀਂ 10 ਰਾਊਂਡ ਲਾ ਦਿਓ ਜਾਂ 5 ਰਾਊਂਡ ਲਾ ਦਿਓ। ਉਹੀ ਚੀਜ਼ ਆ, ਮੈਂ ਛੋਟੇ ਗੋਲ ਲੈ ਕੇ ਚੱਲਦਾ। ਆਪਦਾ ਟਾਰਗੇਟ ਜਿਹੜਾ ਮੈਂ ਆਪਦੀ ਨਿਗਾਹ ਦੇ ਵਿੱਚ ਰੱਖਦਾ। ਪਹਿਲਾਂ ਤਾਂ ਮੇਰਾ ਇਹੀ ਟਾਰਗੇਟ ਸੀ ਕਿ ਮੈਂ ਗਾਉਣਾ ਹਨਾ। ਫਿਰ ਮੈਂ ਜਦੋਂ ਗਾਉਣ ਲੱਗਿਆ 2 ਐਲਬਮਾਂ ਫਲॉप ਦੇਣ ਤੋਂ ਬਾਅਦ ਮੈਨੂੰ ਲੱਗਿਆ ਵੀ ਮੈਂ ਮਾੜਾ ਗਾ ਰਿਹਾ, ਜਿਹੜਾ ਸੁਣ ਨਹੀਂ ਰਹੇ ਲੋਕ। ਫਿਰ ਜਦੋਂ ਹਿੱਟ ਹੋ ਗਿਆ ਫਿਰ ਮੈਨੂੰ ਲੱਗਿਆ ਵੀ ਚਲੋ ਇਹ ਇੱਕ ਸਟੇਜ ਆਪਾਂ ਪੂਰੀ ਪਾਰ ਕਰ ਲਈ। ਫਿਰ ਉਸ ਤੋਂ ਬਾਅਦ ਮੇਰਾ ਇਹ ਟਾਰਗੇਟ ਸੀ ਵੀ ਆਪਾਂ ਪਰਫਾਰਮ ਅੱਛਾ ਕਰਨਾ, ਅੱਗੇ ਵਾਸਤੇ ਕੰਮ ਅੱਛਾ ਕਰਨਾ। ਉਹ ਜੋ ਵੀ ਮੈਂ ਆਪਦੀਆਂ ਗਲਤੀਆਂ ਕੀਤੀਆਂ ਹੁਣ ਮੈਂ ਉਹ ਸੁਧਾਰਨ 'ਚ ਲੱਗਿਆ ਹੋਇਆ। ਤਾਂ ਜਿਹੜਾ ਹੁਣ ਮੇਰਾ ਟਾਰਗੇਟ ਇਹ ਆ ਕਿ ਜਿਹੜੇ ਮੈਂ ਪਿਛਲੇ ਇੰਨੇ ਸਾਲ ਖਰਾਬ ਕੀਤੇ ਆ, ਉਹਦੇ ਗੈਪ ਪਾਇਆ ਜਿਹੜਾ ਮੈਂ ਗੈਪ ਕਵਰ ਕਰਨਾ। ਹੁਣ ਮੈਂ ਘੱਟੋ ਘੱਟ 15 ਤੋਂ 17 ਗੀਤ ਆਡੀਓ ਰੈਡੀ ਕਰਕੇ ਬੈਠਾ। ਮਤਲਬ ਹੁਣ ਤੁਹਾਡੇ ਗੀਤ ਬੈਕ ਟੂ ਬੈਕ ਸਾਨੂੰ ਸੁਣਨ ਨੂੰ ਮਿਲਣਗੇ, ਹੁਣ ਕੋਈ ਗੈਪ ਨਹੀਂ ਮਿਲੂਗਾ। ਮੈਂ ਹੁਣ ਜਿਹੜੇ ਅੱਜ ਵੀ ਮੈਂ ਕਈ ਵਾਰੀ ਮੈਨੂੰ ਫੋਨ ਵੀ ਆਉਂਦਾ ਜਾਂ ਮੈਸੇਜ ਆਉਂਦਾ, ਭਾਜੀ ਤੁਹਾਡਾ ਗਾਣਾ ਕਦੋਂ ਆ ਰਿਹਾ? ਅੱਜ ਨਵਾਂ ਗਾਣਾ ਆਇਆ ਤਾਂ ਅੱਜ ਹੁਣ ਬਹੁਤ ਸਾਰੇ ਮੈਸੇजेस ਆ ਜਾਣੇ ਆ ਕਿ ਗੈਪ ਨਾ ਪਾਇਓ, ਅਗਲਾ ਗਾਣਾ ਜਲਦੀ ਕਰਿਓ। ਜਿਹੜੇ ਲੋਕ ਇੰਨੇ ਉਮੀਦ ਲਾ ਕੇ ਬੈਠੇ ਬਿਲਕੁਲ, ਕਿਉਂਕਿ ਨਿਰਾਸ਼ ਨਹੀਂ ਕਰਨਾ ਹੁਣ, ਕਿਉਂਕਿ ਲੋਕਾਂ ਨੂੰ ਜਿਹੜਾ ਰਿਮਾਈਂਡਰ ਵੀ ਜ਼ਰੂਰੀ ਹੈ ਕਿ ਤੁਸੀਂ ਹੈਗੇ ਹੋ, ਐਗਜ਼ਿਸਟ ਕਰਦੇ ਹੋ। ਕੀ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਕੋਈ ਐਵੇਂ ਦਾ ਮੂਮੈਂਟ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੋ ਕਿ ਕੋਈ ਐਵੇਂ ਦਾ ਫੈਨ ਮੂਮੈਂਟ ਤੁਹਾਨੂੰ ਬੜੀ ਖੁਸ਼ੀ ਹੋਈ ਹੋਵੇ, ਦਿਲੋਂ ਖੁਸ਼ੀ ਕਿ ਯਾਰ ਮੈਂ ਸਭ ਕੁਝ ਅੱਜ ਮੈਂ ਸਭ ਕੁਝ ਹਾਸਿਲ ਕਰ ਹੀ ਲਿਆ? ਨਹੀਂ, ਐਦਾਂ ਕੀ ਆ ਨਾ ਵੀ ਜਦੋਂ ਵੀ ਆਪਾਂ ਕਿਤੇ ਲਾਈਵ ਪਰਫਾਰਮ ਕਰਦੇ ਆ ਹਰ ਵਾਰੀ ਕੋਈ ਨਾ ਕੋਈ ਨਵੀਂ ਐਕਸਪੀਰੀਅੰਸ ਹੁੰਦੀ ਹੈ ਚੀਜ਼। ਬਿਲਕੁਲ। ਤੇ ਜਦੋਂ ਵੀ ਕਿਤੇ ਲੰਘਦੇ ਟੱਪਦੇ ਵੀ ਆ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਚੀਜ਼ਾਂ ਬਦਲਦੀਆਂ ਨੇ। ਪਹਿਲਾਂ ਹੋਰ ਤਰ੍ਹਾਂ ਦੀ ਫੈਨ ਫੋਲੋਇੰਗ ਸੀ, ਲੋਕ ਤੁਹਾਨੂੰ ਪਰਸਨਲੀ ਆ ਕੇ ਮਿਲਦੇ ਸੀ। ਹੁਣ ਤੁਹਾਨੂੰ ਲੋਕ ਇੰਸਟਾਗ੍ਰਾਮ ਤੇ ਜਾਂ ਕਿਤੇ ਹੋਰ ਤੁਹਾਡਾ ਲਾਈਵ ਵੇਖਦੇ ਆ, ਤੁਹਾਨੂੰ ਕਿਤੇ ਮੈਸੇजेस ਕਰਦੇ ਆ। ਮੈਨੂੰ ਇੱਕ ਗੱਲ ਥੋੜੇ ਦਿਨ ਪਹਿਲਾਂ ਦੀ ਬੜੀ ਵਧੀਆ ਲੱਗੀ, ਜਦੋਂ ਮੈਂ ਪੋਸਟਰ ਸ਼ੇਅਰ ਕੀਤਾ ਇਸ ਗਾਣੇ ਦਾ ਕਿ ਮੇਰਾ ਇਹ ਗੀਤ ਆ ਰਿਹਾ, ਤਾਂ ਮੈਨੂੰ ਪਰਸਨਲੀ ਕਿਸੇ ਬੰਦੇ ਨੇ ਮੇਰਾ ਨੰਬਰ ਲੈ ਕੇ ਕਿਤੋਂ ਮੈਸੇਜ ਕੀਤਾ ਕਿ ਭਾਜੀ ਬਹੁਤ ਸਾਨੂੰ ਖੁਸ਼ੀ ਹੋ ਰਹੀ ਹੈ ਕਿ ਇਹ ਗੀਤ ਤੁਹਾਡਾ ਹੁਣ ਨਵਾਂ ਆ ਰਿਹਾ, ਤੇ ਸਾਡੀ ਬੇਨਤੀ ਇਹ ਹੈ ਵੀ ਜਿਹੜਾ ਤੁਸੀਂ ਮੁਕਾਮ ਹਾਸਲ ਕੀਤਾ ਸੀ ਨਾ ਉਹਨੂੰ ਹੁਣ ਕੰਟੀਨਿਊਟੀ 'ਚ ਰੱਖਿਓ। ਵੀ ਅਸੀਂ ਬਹੁਤ ਵੇਟ ਕਰਕੇ ਤੁਹਾਡਾ ਗਾਣਾ ਬਹੁਤ ਵੇਟ ਕਰਕੇ ਆ ਰਿਹਾ, ਹੁਣ ਨਾ ਵੇਟ ਕਰਾਇਓ। ਤਾਂ ਮੈਨੂੰ ਬੜਾ ਚੰਗਾ ਲੱਗਿਆ ਕਿ ਕੋਈ ਆਪਦਾ ਸਮਾਂ ਕੱਢ ਕੇ, ਟਾਈਮ ਕੱਢ ਕੇ ਕਿਸੇ ਨੇ ਮੈਨੂੰ ਇਹ ਗੱਲ ਦੱਸੀ ਵੀ ਆ ਤੇ ਕਿਸੇ ਦੇ ਦਿਮਾਗ 'ਚ ਹਜੇ ਵੀ ਮੈਂ ਹੈਗਾ। ਬਿਲਕੁਲ। ਹਾਂਜੀ। ਤੁਹਾਡੇ ਜਿਹੜੇ ਹੁਣ ਤੱਕ ਤੁਸੀਂ ਜਿੰਨੇ ਵੀ ਗੀਤ ਗਾਏ ਨੇ ਉਹਨਾਂ ਦੇ ਵਿੱਚ ਕੋਈ ਫੇਵਰਿਟ Song ਤੁਹਾਡਾ ਜਿਹੜਾ ਮਤਲਬ ਤੁਸੀਂ ਦਰਸ਼ਕਾਂ ਨੂੰ ਸਾਡਿਆਂ ਨੂੰ ਸੁਣਾਉਣਾ ਚਾਹੁੰਦੇ? ਮੈਂ ਆਪਦੇ ਵੱਲੋਂ ਹਰ ਗੀਤ ਪਹਿਲਾਂ ਆਪਦਾ ਪਸੰਦ ਕਰਕੇ ਹੀ ਚੁਣ ਕੇ ਪਾਉਣਾ। ਛੋਟੀ ਜਿਹੀ ਟੀਮ ਆ ਮੇਰੀ, ਤਾਂ ਜਿਹੜੇ ਗੀਤ ਜਦੋਂ ਮਕਬੂਲ ਹੋ ਜਾਂਦਾ ਗੀਤ ਆਰਟਿਸਟ ਨੂੰ, ਉਹ ਗੀਤ ਜ਼ਿਆਦਾ ਵਧੀਆ ਲੱਗਣ ਲੱਗ ਜਾਂਦਾ। ਤਾਂ ਮੇਰਾ ਸਭ ਤੋਂ ਪਹਿਲਾ ਗੀਤ ਜਿਹੜਾ ਮਕਬੂਲ ਹੋਇਆ ਸੀ ਉਹ ਕਾਬਲ ਸਰੂਪ ਵਾਲੀ ਦਾ ਲਿਖਿਆ ਗੀਤ ਸੀ, ਜਿਹੜਾ ਵਧੀਆ, ਜਿੱਦੋਂ ਮੈਂ ਕਹਿ ਸਕਦਾ ਕਿ ਮੈਨੂੰ ਐ ਹੌਸਲਾ ਹੋ ਗਿਆ ਸੀ ਵੀ ਚਲੋ ਜੋ ਵੀ ਕਰ ਰਹੇ ਆ, ਜੇ ਬਾਹਲਾ ਚੰਗਾ ਨਹੀਂ ਕਰ ਰਹੇ ਤਾਂ ਮਾੜਾ ਵੀ ਨਹੀਂ ਕਰ ਰਹੇ। ਸੋ ਉਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਬਹੁਤ ਵਧੀਆ ਗੀਤ ਸੀ ਉਹ ਸੀ। ਹੋ ਤੈਨੂੰ ਤਾਜ ਮਹਿਲ ਦੇਊਂਗਾ ਬਣਾ, ਕਹਿ ਦੇ ਇੱਕ ਵਾਰੀ ਮਿੱਤਰਾਂ ਨੂੰ ਹਾਂ, ਲੱਗਦੀ ਜ਼ਮੀਨ ਰੋਡ ਤੇ। ਹੋ ਤੇਰੇ ਸਾਰੇ ਸ਼ੌਂਕ ਦੇਊਂਗਾ ਪਗਾ, ਤੂੰ ਯਾਰੀ ਜੱਟਾਂ ਦੇ ਮੁੰਡੇ ਦੇ ਨਾਲ ਲਾ, ਨੀ ਲੱਗਦੀ ਜ਼ਮੀਨ ਰੋਡ ਤੇ। ਹੋ ਮੈਨੂੰ ਲੱਗਦੀ ਐ ਸੋਹਣੀਏ ਸਿਆਲਾਂ ਵਾਲੀ ਹੀਰਨੀ, ਮੈਂ ਸੋਨੇ 'ਚ ਬਣਾ ਦੂੰ ਸੋਹਣਾ ਗੁੰਦਵਾ ਸਰੀਰ। ਉਹ ਹੱਥ ਫੜ ਤੇਰਾ ਦੇਊ ਨਾ ਦਗਾ, ਤੇਰੇ ਸਾਹ ਵਿੱਚ ਮਿੱਤਰਾਂ ਦੇ ਸਾਹ, ਨੀ ਲੱਗਦੀ ਜ਼ਮੀਨ ਰੋਡ ਤੇ। ਇਹ ਵੀ ਬੜਾ ਵਧੀਆ ਗੀਤ ਸੀਗਾ ਤੁਹਾਡਾ। ਤੇ ਜਦੋਂ ਮੈਂ ਅੱਜ ਦੀ ਗਾਇਕੀ ਦੀ ਗੱਲ ਕਰਾਂ ਨਾ, ਤਾਂ ਲੱਚਰਤਾ ਭਰੀ ਗਾਇਕੀ ਜਿਹੜੀ ਆਪਾਂ ਕਹਿ ਦਈਏ ਕਿ ਬੜੇ ਸਵਾਲ ਉੱਠਦੇ ਨੇ ਕਿ ਅੱਜ ਦੀ ਗਾਇਕੀ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਭੁੱਲ ਗਏ ਨੇ, ਪੰਜਾਬੀ ਸ਼ਬਦਾਵਲੀ ਨੂੰ ਭੁੱਲ ਗਏ ਨੇ। ਉਹ ਵਰਡਸ ਵੀ ਜਿਹੜੇ ਮੈਂ ਕਹਿੰਦੀ ਪੰਜਾਬੀ ਦੇ ਕਿਤੇ ਨਾ ਕਿਤੇ ਅਲੋਪ ਹੋ ਰਹੇ ਨੇ, ਤੇ ਜਿਹੜੀ ਨਵੀਂ ਚੀਜ਼ ਇੱਕ ਸ਼ੁਰੂ ਹੋ ਰਹੀ ਹੈ, ਪੰਜਾਬੀ ਚੀਜ਼ ਨੂੰ ਬਿਲਕੁਲ ਪਿੱਛੇ ਰਹਿ ਗਈ ਹੈ। ਤੁਸੀਂ ਪੰਜਾਬੀ ਬੋਲੀ ਲਈ ਕੀ ਕਰਨਾ, ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਕੀ ਕਰਨਾ ਚਾਹੋਗੇ ਪੰਜਾਬੀ ਬੋਲੀ? ਦੇਖੋ, ਪਹਿਲਾਂ ਤਾਂ ਮੈਂ ਇਹੀ ਗੱਲ ਕਲੀਅਰ ਕਰਦਾ, ਪਤਾ ਕੀ ਹੁੰਦਾ, ਪੰਜਾਬੀ ਬੋਲੀ ਪਿੱਛੇ ਨਹੀਂ ਰਹਿ ਰਹੀ, ਪੰਜਾਬੀ ਬੋਲੀ ਉੱਥੇ ਹੀ ਹੈ ਜਿੱਥੇ ਸੀ। ਥੋੜਾ ਜਿਹਾ ਕੀ ਹੁੰਦਾ ਕਿ ਜਦੋਂ ਆਪਾਂ ਜ਼ਮਾਨੇ ਨਾਲ ਪੈਰ 'ਚ ਪੈਰ ਮਿਲਾ ਕੇ ਤੁਰਨਾ ਨਾ, ਚੱਲਣਾ, ਸਾਨੂੰ ਵੀ ਬਹੁਤ ਚੀਜ਼ਾਂ ਸੋਚਣੀਆਂ ਪੈਂਦੀਆਂ। ਜੇ ਮੈਂ ਆਪਦੀ ਗੱਲ ਕਰਾਂ ਜਾਂ ਸਾਡੀ ਬਿਰਾਦਰੀ ਦੀ ਗੱਲ ਕਰਾਂ ਨਾ, ਤਾਂ ਬਹੁਤ ਸਾਰੇ ਲੋਕਾਂ ਲਈ, ਜੇ ਮੈਂ ਕਿਸੇ ਲਈ ਸਪੀਕ ਕਰ ਸਕਦਾ, ਬੋਲ ਸਕਦਾ, ਮੈਂ ਇਹ ਗੱਲ ਕਹੂੰਗਾ, ਤੁਸੀਂ ਇਹ ਦੇਖੋਗੇ ਜੇ ਅਸੀਂ ਬਹੁਤ ਠੇਠ ਪੰਜਾਬੀ, ਤੁਸੀਂ ਆਪ ਵੀ ਗਾਣੇ ਸੁਣਦੇ ਹੋਵੋਗੇ, ਸ਼ਾਇਦ ਸਦੀਕ ਸਾਹਿਬ ਦੇ ਗਾਣਿਆਂ ਦੇ ਵਿੱਚ ਤੁਹਾਨੂੰ ਕੁਝ ਲਾਈਨਾਂ ਨਹੀਂ ਸਮਝ ਆਉਂਦੀਆਂ ਹੋਣਗੀਆਂ ਕਿਉਂਕਿ ਉਹ ਬਹੁਤ ਠੇਠ ਲਿਖੀਆਂ ਹੋਈਆਂ ਨੇ। ਅੱਜ ਦੀ ਡੇਟ 'ਚ ਆਪਣਾ ਜਿਹੜਾ ਯੂਥ ਆ ਉਹ ਕੀ ਆ, ਆਪਾਂ ਪੜ੍ਹਦੇ ਆ, ਉਦੋਂ ਬਾਅਦ ਆਪਾਂ ਦਿੱਲੀ ਚਲੇ ਜਾਂਦੇ ਆ, ਬੰਬੇ ਕਰਦੇ ਆ, ਜੌਬਾਂ ਸਾਨੂੰ ਜਿਹੜੀਆਂ ਉਹ ਵੱਡੀਆਂ ਸਿਟੀਜ਼ 'ਚ, ਸਾਨੂੰ ਹਰ ਲੈਂਗੁਏਜ ਅਡਾਪਟ ਕਰਨੀ ਪੈਂਦੀ ਆ। ਪੰਜਾਬੀ ਤੋਂ ਬਾਅਦ ਆਪਾਂ ਹਿੰਦੀ 'ਚ ਆ ਜਾਂਦੇ ਆ, ਹਿੰਦੀ ਤੋਂ ਬਾਅਦ ਆਪਾਂ ਇੰਗਲਿਸ਼ 'ਚ ਆ ਜਾਂਦੇ ਆ, ਲੋਕ ਫ੍ਰੈਂਚ ਵੀ ਬੋਲੀ ਜਾਂਦੇ ਆ ਹੁਣ ਤਾਂ ਪੰਜਾਬੀ ਮੁੰਡੇ, ਹਨਾ। ਫਿਰ ਬਾਹਰ ਆਪਣੀ ਨਵੀਂ ਜਨਰੇਸ਼ਨ ਕਿੰਨੀ ਬਾਹਰ ਹੈ, ਤੁਸੀਂ ਮੈਂ ਇੰਡੀਆ ਬੈਠੇ ਆ, ਬਹੁਤ +2 ਕਰਕੇ ਚਲੇ ਜਾਂਦੇ ਆ ਬੱਚੇ। ਉਹਨਾਂ ਦੇ ਨਾਲ ਜੇ ਆਪਾਂ ਉਹਨਾਂ ਨੂੰ ਆਪਣਾ ਨਾਲ ਲੈ ਕੇ ਤੁਰਨਾ ਨਾ, ਤਾਂ ਥੋੜਾ ਬਹੁਤਾ ਸਾਨੂੰ ਭਾਸ਼ਾ ਦੇ ਵਿੱਚ ਵੀ ਇੱਧਰ ਉੱਧਰ ਕਰਨਾ ਪੈਂਦਾ। ਪਰ ਭਾਸ਼ਾ ਪੰਜਾਬੀ ਆਪਣੀ ਪਹਿਲੀ ਪ੍ਰੈਫਰੈਂਸ ਹੈ, ਨਾ ਆਪਾਂ ਇਹਨੂੰ ਭੁੱਲ ਸਕਦੇ, ਨਾ ਇਹਨੂੰ ਛੱਡ ਕੇ ਆਪਣਾ ਗੁਜ਼ਾਰਾ।
ਆਪਣੀ ਤਾਂ ਆਪਣਾ ਨਾਂ ਹੀ ਪੰਜਾਬੀ ਭਾਸ਼ਾ ਕਰਕੇ ਹੀ ਆਪਾਂ ਨੂੰ ਪੰਜਾਬੀ ਕਿਹਾ ਜਾਂਦਾ, ਤੇ ਪੰਜਾਬੀ ਹਾਂਜੀ, ਬਿਲਕੁਲ। ਆਪਾਂ ਇਹ ਤੋਂ ਬਿਨਾਂ ਕੁਝ ਨਹੀਂ। ਇਹ ਹੈ ਕਿ ਸਮੇਂ ਦੇ ਨਾਲ ਨਾਲ ਜਿਹੜਾ ਬਦਲਾਵ ਆਉਣਾ ਵੀ ਚਾਹੀਦਾ ਤੇ ਜ਼ਰੂਰੀ ਵੀ ਹੈਗਾ, ਜ਼ਰੂਰੀ ਵੀ ਹੈ। ਬਹੁਤੀ ਹਾਂਜੀ। ਠੇਠ ਸਮਝ ਨਹੀਂ ਆਉਂਦੀ ਬੱਚਿਆਂ ਨੂੰ, ਹੁਣ ਜਿਹੜੇ ਨਵੇਂ ਸੁਣਨ ਵਾਲੇ ਆ ਉਹਨਾਂ ਨੂੰ ਬਹੁਤੀਆਂ ਠੇਠ ਗੱਲਾਂ ਸਮਝ ਨਹੀਂ ਆਉਂਦੀਆਂ, ਫਿਰ ਉਹ ਕੀ ਸੁਣਨਗੇ। ਸਾਡੀ ਇਹ ਮਜਬੂਰੀ ਬਿਲਕੁਲ, ਤੁਸੀਂ ਪਰ ਅਜੇ ਵੀ ਕਈ ਜਿਹੜੇ ਪੁਰਾਣੇ ਅਜਿਹੇ ਸਿੰਗਰ ਨੇ ਜਿਨ੍ਹਾਂ ਨੂੰ ਅੱਜ ਵੀ ਬੜੇ ਪਿਆਰ ਦੇ ਨਾਲ ਸੁਣਿਆ ਜਾਂਦਾ, ਉਹਨਾਂ ਨੇ ਬੜੀ ਠੇਠ ਪੰਜਾਬੀ, ਕਿਉਂਕਿ ਆਪਾਂ ਨੂੰ ਸਮਝ ਆਉਂਦੀ ਹੈ, ਬਿਲਕੁਲ। ਨਵੇਂ ਬੱਚਿਆਂ ਨੂੰ ਕਈਆਂ ਨੂੰ ਨਹੀਂ ਆਉਂਦੀ। ਹਾਂਜੀ, ਇਹ ਗੱਲ ਵੀ ਹੈਗੀ ਹੈ। ਤੇ ਜੇ ਮੈਂ ਗੱਲ ਕਰਾਂ ਅੱਜ ਦੇ ਯੁੱਗ ਦੀ ਗਾਇਕੀ ਦੀ, ਤੇ ਥੋੜਾ ਪਿੱਛੇ ਚਲੇ ਜਾਈਏ ਆਪਾਂ ਜੀ ਚਮਕੀਲੇ ਦੇ ਦੌਰ ਦੇ ਵਿੱਚ। ਜੀ। ਉਸ ਦੌਰ ਦੇ ਵਿੱਚ ਜਿਹੜੀ ਗਾਇਕੀ ਸੀ, ਹੁਣ ਜਿੱਦਾਂ ਹੁਣ ਆਪਾਂ ਕਹਿ ਦਿੰਦੇ ਹਾਂ ਕਿ ਗਾਇਕੀ ਦੇ ਵਿੱਚ ਜਿਹੜੀ ਮਾਡਲਸ ਹੁੰਦੀਆਂ ਨੇ, ਉਹਨਾਂ ਦੇ ਬੜੇ ਜਿਹੜੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਬਵਾਲ ਉੱਠ ਜਾਂਦਾ ਹੈ। ਹਾਂਜੀ। ਉਸ ਚੀਜ਼ ਨੂੰ ਲੈ ਕੇ ਬਵਾਲ ਉੱਠਦਾ, ਤੇ ਉਸ ਵੇਲੇ ਜਿਹੜੇ ਚਮਕੀਲੇ ਦੇ ਸਮੇਂ ਦੇ ਵਿੱਚ ਉਹਨਾਂ ਦੀ ਸ਼ਬਦਾਵਲੀ ਐਵੇਂ ਦੀ ਸੀਗੀ, ਉਹਨਾਂ ਨੂੰ ਕਿਹਾ ਜਾਂਦਾ ਹੈ। ਤਾਂ ਇਹਦੇ ਵਿੱਚ ਕੋਈ ਖਾਸ ਫਰਕ ਨਹੀਂ ਹੈਗਾ, ਕਿਉਂਕਿ ਉਸ ਵੇਲੇ ਵੀ ਇਹ ਸੀਗਾ ਤੇ ਅੱਜ ਵੀ ਜਿਹੜੀ ਅੱਜ ਦੇਖਣ ਨੂੰ ਹੈ ਉਸ ਵੇਲੇ ਸੁਣਨ ਨੂੰ ਸੀਗਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਮੈਂ ਤਾਂ ਉਹ ਤੁਹਾਡੀ ਗੱਲ ਦੇ ਨਾਲ ਸਹਿਮਤ ਸ਼ਾਇਦ ਨਾ ਹੋਵਾਂ। ਮੈਂ ਤਾਂ ਇਹੀ ਗੱਲ ਕਹੂੰਗਾ ਕਿ ਦੇਖਣ ਵਾਲੇ ਦੀ ਨਜ਼ਰ ਗਲਤ ਜਾਂ ਮਾੜੀ ਨਜ਼ਰ ਦਾ ਫਰਕ ਪੈ ਜਾਂਦਾ ਹੈ ਨਾ। ਕੀ ਹੁੰਦਾ ਕਿ ਆਪਾਂ ਆਮ ਤੌਰ ਤੇ ਆਪਾਂ ਹਿੰਦੀ ਮੂਵੀਜ਼ ਲਾ ਲਈਏ, ਹਾਲੀਵੁੱਡ ਮੂਵੀਜ਼ ਲਾ ਲਈਏ, ਆਪਾਂ ਉਹ ਵੀ ਵੇਖਦੇ ਹਾਂ ਹਨਾ, ਪੰਜਾਬੀ ਮੂਵੀਜ਼ ਵੀ ਵੇਖਦੇ ਹਾਂ, ਤੇ ਆਪਾਂ ਕੰਪੀਟ ਆਪਣੇ ਸਿਨੇਮੇ ਨੂੰ ਕਿੱਥੇ ਕਰਦੇ ਹਾਂ? ਯਾਰ ਪੰਜਾਬੀ ਸਿਨੇਮੇ ਦੀ ਉਹ ਗੱਲ ਨਹੀਂ ਬਣ ਰਹੀ। ਕਿਉਂ ਨਹੀਂ ਬਣ ਰਹੀ? ਕਿਉਂਕਿ ਸਾਡੀ ਫਿਰ ਸੋਚ ਤਾਂ ਉੱਥੇ ਆ ਕੇ ਖੜ ਜਾਂਦੀ ਹੈ। ਜੇ ਆਪਾਂ ਪੰਜਾਬੀ ਨੂੰ ਸਿਨੇਮੇ ਨੂੰ ਉਸ ਲੈਵਲ ਤੇ ਲੈ ਕੇ ਜਾਣਾ ਕਿ ਗੋਰੇ ਕਾਲੇ ਆਪਣੇ ਸਿਨੇਮੇ ਨੂੰ ਵੇਖਣ, ਤਾਂ ਫਿਰ ਆਪਾਂ ਨੂੰ ਥੋੜਾ ਬਹੁਤਾ ਮਾਡਰਨਾਈਜੇਸ਼ਨ ਉਹਦੇ 'ਚ ਪਾਉਣਾ ਪੈਣਾ। ਫਿਰ ਬਾਕੀ ਇੱਕ ਗੱਲ ਇਹ ਵੀ ਆ ਕਿ ਆਪਾਂ ਕੁੜੀਆਂ ਨੂੰ ਹਮੇਸ਼ਾ ਐਂ ਦੇਖਦੇ ਆ ਕਿ ਉਹ ਕੁੜੀਆਂ ਦੇ ਕੱਪੜੇ, ਮੇਰੇ ਖਿਆਲ 'ਚ ਉਹਨਾਂ ਦੀ ਮਰਜ਼ੀ ਆ, ਜੇ ਉਹ ਕੋਈ ਜਿੱਦਾਂ ਦੇ ਕੱਪੜੇ ਪਾਉਣੇ ਚਾਹੁੰਦੇ ਆ, ਦੇਖਣ ਵਾਲੇ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਕਿ ਮੈਨੂੰ ਕੀ ਨਜ਼ਰ ਆ ਰਿਹਾ, ਮੇਰੀ ਨਜ਼ਰ ਦੇ ਵਿੱਚ ਗੰਦਗੀ ਹੈ ਨਾ ਕਿ ਕਿਸੇ ਦੇ ਕੱਪੜਿਆਂ 'ਚ। ਮੈਨੂੰ ਨਹੀਂ ਲੱਗਦਾ ਇਸ ਗੱਲ ਨਾਲ, ਮੈਂ ਤੁਹਾਡੀ ਨਾਲ ਸਹਿਮਤ ਨਹੀਂ ਹੈਗਾ ਵੀ ਗਾਣਿਆਂ 'ਚ ਲੱਚਰਤਾ ਹੋ ਸਕਦੀ ਹੈ। ਬਿਲਕੁਲ। ਤੇ ਮਤਲਬ ਜੇ ਮੈਂ ਗੱਲ ਕਰਾਂ ਕਿ ਫੇਕ ਵਿਊਜ਼, ਹਾਂਜੀ, ਫੇਕ ਵਿਊਜ਼ ਜਿਹੜੇ ਬੜਾ ਇਹ ਚੀਜ਼ ਟ੍ਰੈਂਡ ਕਰਦੀ ਹੈ ਕਿ ਤੁਸੀਂ ਕੋਈ ਵੀ ਗੀਤ, ਅਗਰ ਤੁਹਾਡਾ ਗੀਤ ਬੜਾ ਪਪੂਲਰ ਹੋ ਰਿਹਾ, ਵਿਊਜ਼ ਨੇ, ਉਹਨਾਂ ਨੂੰ ਇੱਕ ਦੂਜੇ ਦੇ ਉੱਤੇ ਇਹ ਚੀਜ਼ ਕੁਐਸਚਨ ਉਠਾਇਆ ਜਾਂਦਾ ਕਿ ਫੇਕ ਵਿਊਜ਼ ਨੇ। ਨਹੀਂ, ਮੈਨੂੰ ਜ਼ਿਆਦਾ ਨੌਲੇਜ ਨਹੀਂ, ਮੈਂ ਤੁਹਾਨੂੰ ਕਹਾਂ, ਕਿਉਂਕਿ ਮੈਂ ਚਲੋ ਪੜ੍ਹਿਆ ਲਿਖਿਆ ਤਾਂ ਮੈਂ ਹੈਗਾ, ਪਰ ਇਹ ਮੇਰੇ ਵੱਸੋਂ ਵੀ ਬਾਹਰ ਦੀਆਂ ਗੱਲਾਂ ਨੇ। ਜਿੰਨੀ ਕਿ ਮੈਨੂੰ ਨੌਲੇਜ ਹੈ, ਹੁੰਦਾ ਕੀ ਹੈ ਕਿ ਐਡਵਰਟਾਈਜ਼ਮੈਂਟ ਹੁੰਦੀ ਹੈ, ਜਿਹਨੂੰ ਆਪਾਂ ਗੂਗਲ ਐਡਵਰਟਾਈਜ਼ਮੈਂਟ ਕਹਿੰਦੇ ਹਾਂ ਜਾਂ YouTube ਐਡਵਰਟਾਈਜ਼ਮੈਂਟ ਕਹਿੰਦੇ ਹਾਂ। ਜਿੱਦਾਂ ਪਹਿਲਾਂ ਪੁਰਾਣੇ ਟਾਈਮਾਂ 'ਚ ਮੈਂ ਤੁਹਾਨੂੰ ਗੱਲ ਕਰਕੇ ਹਟਿਆ ਕੈਸਟ ਦੀ ਗੱਲ, ਕਿਉਂ ਕੈਸਟ ਦੇ ਪਿੱਛੇ ਲਿਖਿਆ ਹੁੰਦਾ ਸੀ, ਪਤਾ ਲੱਗਦਾ ਸੀ ਵੀ ਇਹ ਆਉਣ ਵਾਲੀ ਆ ਹਨਾ। ਉਹੀ ਚੀਜ਼ ਆ, ਜਿਹੜੀ ਚੀਜ਼ ਦੀ ਅੱਜ ਕੱਲ੍ਹ ਐਡ ਲੱਗਦੀ ਆ, ਕੰਪਨੀਜ਼ ਪ੍ਰਮੋਟ ਕਰਦੀਆਂ ਆਪਦੀ ਹਰ ਚੀਜ਼ ਨੂੰ, ਲਕਸ ਸਾਬਣ ਤੋਂ ਲੈ ਕੇ ਹਰ ਚੀਜ਼ ਜਿਹੜੀ ਵਿਕਦੀ ਆ, ਪ੍ਰਮੋਟ ਹੁੰਦੀ ਆ। ਉਹ ਕਿਵੇਂ ਹੁੰਦਾ? ਤੁਸੀਂ YouTube ਕੋਈ ਚੀਜ਼ ਖੋਲਦੇ ਹੋ, ਉਹਦੇ ਉੱਪਰ ਆਉਂਦੀ ਆ ਉਹ ਚੀਜ਼, ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਕਲਿੱਕ ਕਰ ਲੈਂਦੇ ਹੋ, ਉਹ ਵਿਊ ਕਾਊਂਟ ਹੋ ਜਾਂਦਾ। ਨਹੀਂ ਚੰਗੀ ਲੱਗਦੀ ਤੁਸੀਂ ਇਗਨੋਰ ਕਰ ਦਿੰਦੇ ਹੋ। ਉਹ ਤੁਹਾਡੇ ਤੱਕ ਪਹੁੰਚਾਉਣ ਲਈ ਇੱਕ ਜ਼ਰੀਆ ਹੈਗਾ, ਨਾ ਕਿ ਤੁਹਾਨੂੰ ਧੱਕੇ ਨਾਲ। ਉਹ ਕੋਈ ਵਿਊ ਕੋਈ ਫੇਕ ਨਹੀਂ ਮੇਰੇ ਖਿਆਲ 'ਚ ਉਹਦੇ 'ਚ ਹੁੰਦਾ। ਜੀ ਬਿਲਕੁਲ। ਤੇ ਤੁਹਾਡਾ ਕੋਈ ਹੋਰ ਨਵਾਂ ਪ੍ਰੋਜੈਕਟ ਜਿਹੜਾ ਆ ਰਿਹਾ ਹੋਵੇ, ਜਿਹੜੇ ਦਰਸ਼ਕਾਂ ਨੂੰ ਤੁਸੀਂ ਉਹਦੇ ਬਾਰੇ ਲਗਾਤਾਰ ਬੈਕ ਟੂ ਬੈਕ ਪ੍ਰੋਜੈਕਟ ਰੈਡੀ ਨੇ ਜੀ। ਤੇ ਐਸ ਮੁਖਤਿਆਰ ਭਾਜੀ ਨਵਾਂ ਇੱਕ ਗੀਤ ਆ ਰਿਹਾ, ਉਹ ਵੀ ਭਾਜੀ ਨੇ ਕੀਤਾ। ਉਸ ਤੋਂ ਬਾਅਦ ਭਾਜੀ ਦਾ ਆਪ ਦਾ ਲਿਖਿਆ ਇੱਕ ਗੀਤ ਆ, ਟ੍ਰੇਨਿੰਗ ਬॉयਜ਼ ਕਰਕੇ ਮਿਊਜ਼ਿਕ ਡਾਇਰੈਕਟਰ ਨੇ, ਉਹਨਾਂ ਨੇ ਕੀਤਾ। ਤੇ ਇੱਕ ਭਿੰਦਾ ਔਜਲਾ ਭਾਜੀ ਦੇ ਮਿਊਜ਼ਿਕ ਦੇ ਵਿੱਚ ਰੈਡੀ ਆ, ਜੱਟ ਉੱਡਦਾ ਆਸਰੇ ਤੇਰੇ 2 ਲੈ ਕੇ ਆ ਰਹੇ ਹਾਂ ਜੀ। ਕਾਬਲ ਸਰੂਪ ਵਾਲੀ ਦਾ ਲਿਖਿਆ ਇੱਕ ਗੀਤ ਆ, ਉਹ ਲੈ ਕੇ ਆ ਰਹੇ ਹਾਂ। ਆਸਰੇ 2 ਹੈਰੀਮਾਲ ਦਾ ਲਿਖਿਆ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਗਾਣੇ 16-17 ਗਾਣੇ ਆਡੀਓ ਮੈਂ ਰੈਡੀ ਬੈਠਾ ਕਰਕੇ, ਉਸ ਤੋਂ ਬਾਅਦ ਕੁਝ ਹੋਰ ਨਵੇਂ ਚੁਣੀ ਜਾਂਦੇ ਆ, ਕਰੀ ਜਾਂਦੇ ਆ। ਹੁਣ ਤੁਸੀਂ ਪੂਰੀ ਫੁੱਲ ਸਪੀਡ ਤੇ ਚੱਲ ਰਹੇ ਕੰਮ ਜੀ। ਮਤਲਬ ਹੁਣ ਤੁਹਾਡੇ ਬੈਕ ਟੂ ਬੈਕ ਸੌਂਗ ਸਾਨੂੰ ਜਿਹੜੇ ਸੁਣਨ ਨੂੰ ਮਿਲਣਗੇ। ਜਿਹੜਾ ਹੁਣੇ ਗਾਣਾ ਆਇਆ ਪੰਗਾ, ਇਹ ਤਾਂ ਮੇਰੇ ਖਿਆਲ ਨਾਲ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ, ਜਿੱਦਾਂ ਕਿ ਜੱਟ ਗਾਣੇ ਨੇ ਛਾਪ ਛੱਡੀ ਸੀ। ਉਮੀਦ ਹੈ ਕਿ ਇਹ ਗਾਣਾ ਵੀ ਇਦਾਂ ਹੀ ਛਾਪ ਛੱਡੇ, ਕਿ ਉਹਦੇ ਨਾਲ ਰਿਜ਼ੈਂਬਲੈਂਸ ਰਵੇ, ਤਾਂ ਕਿ ਉਹ ਥੋੜਾ ਯਾਦ ਆ ਜਾਵੇ, ਤੇ ਜਿਹੜਾ ਮੇਰਾ ਵਿੱਚ ਇਹ ਗੈਪ ਪਿਆ ਇਹਦਾ ਜ਼ਿਆਦਾ ਅਸਰ ਨਾ ਪਵੇ, ਗੀਤ ਨੂੰ ਵਧੀਆ ਰਿਸਪੌਂਸ ਮਿਲੇ। ਜਿਵੇਂ ਕਿ ਪੰਜਾਬੀ ਜਿਹੜੇ ਸਿੰਗਰਸ ਨੇ, ਇੱਕ ਟ੍ਰੈਂਡ, ਇਹ ਚੀਜ਼ ਟ੍ਰੈਂਡ ਹੋ ਰਹੀ ਹੈ ਕਿ ਜੇਕਰ ਤੁਸੀਂ ਸਿੰਗਰ ਹੋ ਤਾਂ ਤੁਸੀਂ ਐਕਟਰ ਵੀ ਪੱਕਾ ਬਣੋਗੇ। ਕੋਈ ਨਾ ਕੋਈ ਤੁਹਾਡੀ ਫਿਲਮ, ਭਾਵੇਂ ਉਹ ਫਲੋਪ ਹੋਵੇ, ਭਾਵੇਂ ਉਹ ਚੱਲੇ ਨਾ ਚੱਲੇ, ਇਹ ਬਾਤ ਦੀ ਗੱਲ ਹੈ। ਤੁਸੀਂ ਨਹੀਂ ਇਸ ਵਾਰ ਸੋਚਿਆ ਕਿ ਤੁਸੀਂ ਸਿੰਗਿੰਗ ਨੂੰ ਛੱਡ ਕੇ ਐਕਟਿੰਗ ਦੇ ਵਿੱਚ ਵੀ ਆਣਾ? ਨਹੀਂ, ਐਦਾਂ ਹੁੰਦਾ ਨਾ, ਸਿੰਗਿੰਗ ਦਾ ਤੁਹਾਨੂੰ ਇੱਕ ਫਾਇਦਾ ਹੋ ਜਾਂਦਾ ਹੈ। ਤੇ ਜੇ ਤੁਸੀਂ ਐਜ਼ ਅ ਸਿੰਗਰ ਐਸਟੈਬਲਿਸ਼ ਹੋ ਤਾਂ ਤੁਹਾਡਾ ਇੱਕ ਫੇਸ ਹੈ ਜਿਹੜਾ ਉਹ ਪਬਲਿਕ ਨੂੰ ਨੌਨ ਹੁੰਦਾ। ਪ੍ਰੋਡਿਊਸਰ ਨੂੰ ਕੀ ਚਾਹੀਦਾ ਹੁੰਦਾ ਕਿ ਤੁਹਾਡਾ ਨੌਨ ਫੇਸ ਹੋਵੇ, ਜਿਹਨੂੰ ਪੋਸਟਰ ਤੇ ਵੇਖ ਕੇ ਆ ਜਾਵੇ ਥੀਏਟਰ 'ਚ ਆਡੀਅנס ਆ ਜਾਵੇ। ਸੋ ਆਰਟਿਸਟ ਨੂੰ ਇਸ ਗੱਲ ਦਾ ਬੈਨੀਫਿਟ ਹੋ ਜਾਂਦਾ। ਪਰ ਮੈਨੂੰ ਹਜੇ ਤੱਕ ਨਾ ਹੀ ਕੋਈ ਇੱਦਾਂ ਦੀ ਆਫਰ ਹੈ, ਨਾ ਹੀ ਮੈਂ ਸੋਚਿਆ। ਪਰ ਹਜੇ ਕਿਹੜਾ ਗਾਇਕੀ ਵੱਲ ਪੂਰੇ ਹੋ ਜਾਈਏ। ਹੁਣ ਗਾਣੇ ਆਉਣਗੇ, ਗਾਣੇ ਆਈ ਜਾਣ। ਇਹ ਜਿਹੜਾ ਮੇਰਾ ਮੇਨ ਜਿਹੜਾ ਕੰਮ ਆ ਉਹ ਗਾਣਿਆਂ ਦਾ ਹੀ ਆ। ਜੇ ਆਫਰ ਕੋਈ ਮਿਲੂਗੀ ਤਾਂ ਕੱਲ ਨੂੰ ਜ਼ਰੂਰ ਵੀ ਕਰਾਂਗੇ, ਇਹਦੇ 'ਚ ਕੋਈ ਮਾੜੀ ਗੱਲ ਨਹੀਂ ਜੀ। ਬਿਲਕੁਲ, ਵਧੀਆ ਕਰਨਾ ਵੀ ਚਾਹੀਦਾ। ਤੁਸੀਂ ਆਪਣੀ ਲਾਈਫ ਦਾ ਕੋਈ ਐਵੇਂ ਦਾ ਇਨਸੀਡੈਂਟ ਸੁਣਾਉਣਾ ਚਾਹੁੰਦੇ ਹੋ ਜੋ ਮਤਲਬ ਤੁਸੀਂ ਦਿਲੋਂ ਚਾਹੁੰਦੇ ਹੋ ਕਿ ਅਸੀਂ ਸ਼ੇਅਰ ਕਰੀਏ ਇਹ ਗੱਲ, ਕੋਈ ਐਵੇਂ ਦੀ ਮੂਵਮੈਂਟ? ਮੈਂ ਜਦੋਂ ਅਮਰਦੀਪ ਗਿੱਲ ਸਾਹਿਬ ਉਹਨਾਂ ਨੂੰ ਪਹਿਲੀ ਵਾਰੀ ਮਿਲਿਆ, ਤਾਂ ਮੈਂ ਪਹਿਲੀ ਵਾਰੀ ਜਦੋਂ ਉਹਨਾਂ ਨੂੰ ਮਿਲਿਆ ਸੀ ਨਾ, ਤਾਂ ਉਹਨਾਂ ਦੇ ਘਰੇ ਮਿਲਿਆ ਸੀ। ਮੈਂ ਕਿਸੇ ਰਿਲੇਟਿਵ ਦੇ ਥਰੂ ਉਹਨਾਂ ਕੋਲ ਗਿਆ ਸੀ।
ਤਾਂ ਸਾਡੀ ਕੋਈ ਗੱਲਬਾਤ ਜੰਮੀ ਨਹੀਂ ਖਾਸ। ਮਤਲਬ ਮੈਂ 10th 'ਚ ਸੀ, ਉਦੋਂ ਪੜ੍ਹਦਾ ਸੀ, ਤਾਂ ਅਸੀਂ ਕਿਸੇ ਗੱਲ ਤੇ ਬਹਿਸ ਪਏ ਤੇ ਉਹਨਾਂ ਨੇ ਮੈਨੂੰ ਘਰੋਂ ਕੱਢਤਾ, ਕਹਿੰਦੇ ਵੀ ਤੂੰ ਚਲਾ ਜਾ, ਮੈਂ ਨਹੀਂ ਤੇਰਾ ਕੁਝ ਕਰ ਸਕਦਾ। ਮੈਂ ਉਹਨਾਂ ਨੂੰ 3 ਸਾਲ ਬਾਅਦ 3.5 ਸਾਲ ਬਾਅਦ ਫੇਰ ਮਿਲਿਆ ਕਿਸੇ ਦੇ ਥਰੂ, ਥੋੜਾ ਬਹੁਤਾ ਮੇਰਾ ਵੀ ਚੇਂਜ ਆ ਗਿਆ ਹੋਣਾ ਸ਼ਕਲ 'ਚ ਸ਼ਾਇਦ, ਤਾਂ ਮੈਂ ਉਹਨਾਂ ਨੂੰ ਮਿਲਿਆ ਕਿਸੇ ਦੇ ਥਰੂ। ਮੈਂ ਉਹਨਾਂ ਦਾ ਬਹੁਤ ਮੁਰੀਦ ਸੀ, ਫੈਨ ਬਹੁਤ ਸੀ, ਚਾਹੁੰਦਾ ਸੀ ਕਿ ਮੈਂ ਸ਼ੁਰੂ ਉਹਨਾਂ ਤੋਂ ਕਰਾਂ, ਉਹਨਾਂ ਦੇ ਗੀਤ ਗਾਵਾਂ। ਜਦੋਂ ਉਹਨਾਂ ਨੂੰ ਮਿਲਿਆ ਤਾਂ ਉਹਨਾਂ ਨੇ ਉਹੀ ਗੱਲ ਕੀਤੀ, ਤੂੰ ਗਾਣਾ ਸੁਣਾ ਕੋਈ। ਮੈਂ ਆਪਦਾ ਗਾਣਾ ਸੁਣਾਇਆ ਉਹਨਾਂ ਨੂੰ, ਤੇ ਮੈਂ ਕਿਹਾ ਜੀ ਵੀ ਕਿਵੇਂ ਕਰਾਂ ਉਸਤਾਦ ਜੀ, ਗਾ ਲਿਆ ਕਰਾਂ। ਕਹਿੰਦੇ ਗਾ ਲਿਆ ਕਰ। ਮੈਂ ਉਹਨਾਂ ਨੂੰ ਕਦੇ ਨਹੀਂ ਇਹ ਗੱਲ ਦੱਸੀ ਮੁੜ ਕੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਮਿਲਿਆ ਸੀ। ਫਿਰ ਜਦੋਂ ਮੈਂ ਪਹਿਲੀ ਐਲਬਮ ਆਪਦੀ ਰਿਕਾਰਡ ਕੀਤੀ ਤੇ ਅਸੀਂ ਬੈਠੇ ਕਿਤੇ ਤੇ ਮੈਂ ਭਾਵੁਕ ਹੋ ਕੇ ਉਹਨਾਂ ਨੂੰ ਇਹ ਗੱਲ ਦੱਸੀ, ਮੈਂ ਕਿਹਾ ਜੀ ਤੁਹਾਡੇ ਯਾਦ ਹੈ? ਕਹਿੰਦੇ ਮੇਰੇ ਤਾਂ ਉਦੋਂ ਹੀ ਯਾਦ ਸੀ ਜਦੋਂ ਤੂੰ ਮੇਰੇ ਕੋਲ ਉਦੋਂ ਆਇਆ ਸੀ, ਪਰ ਮੈਨੂੰ ਪਹਿਲੀ ਵਾਰੀ ਵੀ ਤੇਰੀ ਆਵਾਜ਼ ਵਧੀਆ ਲੱਗੀ ਸੀ, ਪਰ ਤੇਰਾ ਐਟੀਟਿਊਡ ਵਧੀਆ ਨਹੀਂ ਸੀ ਲੱਗਿਆ। ਹੁਣ ਮੈਨੂੰ ਪਤਾ ਲੱਗ ਗਿਆ ਵੀ ਥੋੜਾ ਤੂੰ ਸਿੰਸੀਅਰ ਹੈ। ਤੁਹਾਡੀ ਮੈਂ ਜਦੋਂ ਤੁਸੀਂ ਸ਼ਕਲ ਦੀ ਗੱਲ ਕੀਤੀ, ਮੈਂ ਸ਼ਕਲ ਦੀ ਗੱਲ ਜ਼ਰੂਰ ਕਰਾਂਗੀ। ਜਾਨੀ ਤੇ ਤੁਹਾਡੀ ਸ਼ਕਲ ਹੈ ਜਿਹੜੀ ਬੜੀ ਮੈਚ ਹੁੰਦੀ ਹੈ। ਇਹ ਚੀਜ਼ ਅਕਸਰ ਮੇਰੇ ਨਾਲ ਹੁੰਦੀ ਹੈ, ਕੋਈ ਮੈਨੂੰ ਜਾਨੀ ਸਮਝ ਕੇ ਮਿਲ ਲੈਂਦਾ ਤੇ ਕੋਈ ਸ਼ਾਇਦ ਐਵੇਂ ਦਾ ਕੋਈ ਇਨਸੀਡੈਂਟ ਹੋਇਆ ਕਿ ਕਿਸੇ ਨੇ ਤੁਹਾਡੇ ਨਾਲ ਜਾਨੀ ਸਮਝ ਕੇ ਕਿ ਜਾਨੀ ਹੈ ਫੋਟੋ ਖਿਚਵਾਉਣੀ ਹੈ? ਹਾਂ ਬਹੁਤ ਵਾਰੀ ਹੁੰਦਾ ਹੈ। ਤਾਂ ਮੇਰੇ ਨਾਲ ਅਕਸਰ ਹੁੰਦਾ, ਮੈਂ ਤੁਹਾਨੂੰ ਦੱਸ ਰਿਹਾ ਵੀ ਬਹੁਤ ਥਾਵਾਂ ਤੇ ਅਸੀਂ ਸ਼ਿਮਲੇ ਇੱਕ ਵੈਡਿੰਗ ਤੇ ਇਕੱਠੇ ਸੀਗੇ, ਜਾਨੀ ਭਾਜੀ ਸੀ, ਮੈਂ ਸੀ, ਬਾਦਸ਼ਾਹ ਸੀ, ਸਾਰੇ ਸੀਗੇ। ਤਾਂ ਉੱਥੇ ਲੋਕ ਸਾਨੂੰ ਬਾਰ-ਬਾਰ ਦੇਖ ਕੇ ਕਨਫਿਊਜ਼ ਹੋ ਰਹੇ ਸੀ ਕੌਣ ਹੈ। ਹੁਣ ਤਾਂ ਮੈਂ ਥੋੜਾ ਬਾਲ-ਬੂਲ ਵੀ ਚੇਂਜ ਕਰ ਲਿਆ, ਅਦਰਵਾਈਜ਼ ਸਾਡਾ ਸਟਾਈਲ ਵੀ ਸੇਮ ਜਿਹਾ ਹੀ ਸੀਗਾ। ਤੇ ਬਹੁਤ ਜਗ੍ਹਾ ਤੇ ਹੁੰਦਾ, ਬੜੀ ਫੋਟੋਜ਼ ਵੀ ਤੁਹਾਡੀਆਂ ਜਿਹੜੀਆਂ ਬੜੀਆਂ ਸੇਮ। ਤਾਂ ਫਿਰ ਕਦੇ ਦੱਸਿਆ ਕਿ ਨਹੀਂ ਮੈਂ ਜਾਨੀ ਨਹੀਂ ਹਾਂ, ਮੈਂ ਗਗਨ ਸਿੰਘ? ਨਹੀਂ, ਮੈਂ ਜਦੋਂ ਅਗਲਾ ਫੋਟੋ ਖਿਚਾ ਲੈਂਦਾ ਮੈਂ ਕੁਝ ਨਹੀਂ ਕਹਿੰਦਾ, ਮੈਂ ਚਲੋ ਫੈਨ ਖੁਸ਼ ਤਾਂ ਮੈਂ। ਹਾਂ ਬਿਲਕੁਲ, ਚਲੋ ਵਧੀਆ। ਜਿੱਦਾਂ ਕਿ ਨਾ ਜਿਹੜੇ ਤੁਸੀਂ ਕਿਸੇ ਵੀ ਜਿਹੜਾ ਸਿੰਗਰ ਨੇ ਗੀਤ ਗਾਇਆ ਹੋਵੇ ਉਹਦੇ ਵਿੱਚ ਐਕਟ ਕੀਤਾ ਹੋਵੇ, ਤਾਂ ਜਿਹੜੇ ਨੌਜਵਾਨ ਨੇ ਆਪਣੇ ਉਹ ਸੇਮ ਐਕਟ ਕਰਨਾ ਪਸੰਦ ਕਰਦੇ ਨੇ, ਬੇਸ਼ੱਕ ਉਹ ਹਥਿਆਰਾਂ ਨੂੰ ਲੈ ਕੇ ਹੋਵੇ, ਕੁਝ ਹੋਵੇ। ਜਿੱਦਾਂ ਹੁਣ ਇੱਕ ਪਿੱਛੇ ਜੀ ਐਪ ਬੈਨ ਹੋਈ ਹੈ ਟਿਕਟੋਕ, ਹਾਂਜੀ, ਉਹਦੇ ਉੱਤੇ ਕਿੰਨੇ ਲੋਕਾਂ ਦਾ ਟੈਲੈਂਟ ਅੱਗੇ ਆ ਰਿਹਾ ਸੀ। ਉਹ ਚੀਜ਼ ਇੱਕ ਟੈਲੈਂਟ ਨੂੰ ਪ੍ਰਮੋਟ ਕਰ ਰਹੀ ਸੀ, ਤੇ ਦੂਜੇ ਪਾਸੇ ਜਿਹੜੇ ਨੌਜਵਾਨਾਂ ਦੀ ਇਹ ਚੀਜ਼ ਵੀ ਅੱਗੇ ਆ ਰਹੀ ਸੀ ਕਿ ਉਹ ਬੰਦੂਕਾਂ ਲੈ ਕੇ ਉਹ ਕਰ ਰਹੇ ਨੇ। ਇਹ ਚੀਜ਼ਾਂ ਵੀ ਉਹ ਸਾਰੇ ਸਿੰਗਰਸ ਤੋਂ, ਮਾਡਲਸ ਤੋਂ ਹੀ ਸਿੱਖਦੇ ਨੇ। ਦੇਖੋ ਸਿੱਖਦੇ ਤਾਂ ਸ਼ਾਇਦ ਹੋਣ ਵੀ, ਮੈਂ ਇਸ ਗੱਲ ਲਈ ਉਹ ਨਹੀਂ ਕਰੂੰਗਾ, ਪਰ ਹਾਂ ਮੈਂ ਇਹ ਚੀਜ਼ ਜ਼ਰੂਰ ਕਹੂੰਗਾ, ਦੇਖੋ ਸਾਡਾ ਇਹ ਕੰਮ ਹੈ, ਸਾਡਾ ਇਹ ਪ੍ਰੋਫੈਸ਼ਨ ਹੈ। ਅਸੀਂ ਔਨ ਸਕਰੀਨ ਹੋਰ ਹੁੰਨੇ ਆ, ਅਸੀਂ ਪਰਸਨਲ ਲਾਈਫ ਦੇ ਵਿੱਚ ਹੋਰ ਹੁੰਨੇ ਆ। ਜੇ ਸਾਥੋਂ ਕੋਈ ਇੰਸਪਾਇਰ ਹੁੰਦਾ, ਸਾਥੋਂ ਕੋਈ ਚੰਗੀ ਚੀਜ਼ ਸਿੱਖ ਸਕਦਾ ਤਾਂ ਜ਼ਰੂਰ ਸਿੱਖੇ, ਮਾੜੀ ਨਾ ਸਾਡੀ ਕੋਈ ਸਿੱਖੇ। ਅਸੀਂ ਗਾਣੇ ਦੇ ਮੁਤਾਬਿਕ, ਜੇ ਹੁਣ ਮੇਰਾ ਗਾਣਾ ਪੰਗਾ ਗਾਣਾ ਮੇਰਾ ਆਇਆ ਜਾਂ ਜੱਟ ਉੜਦਾ ਆਸਰੇ ਤੇਰੇ ਸੀ, ਉਹ ਗਾਣੇ ਦੀ ਡਿਮਾਂਡ ਹੁੰਦੀ ਆ। ਮੈਂ ਆਪਣੀ ਗੱਲ ਕਰਾਂਗਾ, ਮੈਂ ਕਿਸੇ ਹੋਰ ਦੀ ਜਾਮਨੀ ਨਹੀਂ ਲੈਂਦਾ, ਕਿਸੇ ਦੀ ਗਾਰੰਟੀ ਨਹੀਂ ਲੈਂਦਾ, ਪਰ ਮੈਂ ਆਪਦੀ ਗੱਲ ਕਰਦਾ ਜੋ ਗਾਣਾ ਡਿਮਾਂਡ ਕਰਦਾ। ਮੇਰਾ ਸੈਡ ਸੌਂਗ ਇੱਕ ਗੀਤ ਆਇਆ ਸੀਗਾ, ਸ਼ਹਿਨਾਜ਼ ਗਿੱਲ ਸੀ ਉਹਦੇ ਵਿੱਚ ਲਏ ਹੋਏ ਸੀ ਉਹਨਾਂ ਨੂੰ, ਤਾਂ ਉਹਦੇ 'ਚ ਤੁਸੀਂ ਕਿਤੇ ਹਥਿਆਰ ਨਹੀਂ ਦੇਖਿਆ ਹੋਣਾ। ਰੋਮਾਂਟਿਕ ਇੱਕ ਮੇਰਾ ਗੀਤ ਆਇਆ ਸੀਗਾ ਰਾਤਾਂ ਨੂੰ, ਉਹਦੇ 'ਚ ਕਿਤੇ ਹਥਿਆਰ ਨਹੀਂ। ਉਹਨੂੰ ਆਪਾਂ ਧੱਕੇ ਨਾਲ ਨਹੀਂ ਵਾੜਦੇ ਉਸ ਚੀਜ਼ ਦੇ ਵਿੱਚ, ਜੋ ਡਿਮਾਂਡ ਹੈ। ਜੇ ਕੋਈ ਫਿਲਮ ਐਕਸ਼ਨ ਫਿਲਮ ਹੈ ਤਾਂ ਉਹ ਐਕਸ਼ਨ ਦੇ ਹਿਸਾਬ ਨਾਲ ਹੀ ਹੀਰੋ ਉਦਾਂ ਦੇ ਕੰਮ ਕਰਦਾ ਨਾ। ਲਵ ਸਟੋਰੀ ਹੈ ਤਾਂ ਲਵ ਸਟੋਰੀ ਦੇ ਹਿਸਾਬ ਨਾਲ, ਤੇ ਗਾਣੇ ਦੇ ਹਿਸਾਬ ਨਾਲ ਮੈਂ ਆਪਣੀ ਗੱਲ ਕਰਦਾ ਤਾਂ ਮੈਂ ਗਾਣੇ ਦੇ ਹਿਸਾਬ ਨਾਲ ਕਰਦਾ। ਸਾਥੋਂ ਇੰਸਪਾਇਰ ਹੋਣਾ ਤਾਂ ਉਦਾਂ ਦੀਆਂ ਚੀਜ਼ਾਂ ਮੇਰੇ ਖਿਆਲ 'ਚ ਥੋੜਾ ਜਿਹਾ ਪਰਹੇਜ਼ ਕਰਨਾ ਚਾਹੀਦਾ। ਬਿਲਕੁਲ, ਮੈਂ ਆਪਣੇ ਜਿਹੜੇ ਨੌਜਵਾਨ ਦਰਸ਼ਕ ਨੇ ਸਾਡੇ, ਉਹਨਾਂ ਨੂੰ ਮੈਂ ਇੱਕ ਚੀਜ਼ ਜ਼ਰੂਰ ਆਪਣੇ ਵੱਲੋਂ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੇ ਜਿਹੜੇ ਰੋਲ ਮਾਡਲ ਜਿਨ੍ਹਾਂ ਨੂੰ ਸਮਝਦੇ, ਤੁਸੀਂ ਉਹਨਾਂ ਨੂੰ ਕਾਪੀ ਕਰੋ, ਉਹਨਾਂ ਦੇ ਸਟਾਈਲ ਕਾਪੀ ਕਰੋ, ਸਭ ਕੁਝ ਕਾਪੀ ਕਰੋ, ਉਹਨਾਂ ਨੂੰ ਚੰਗੀਆਂ ਗੱਲਾਂ ਕਾਪੀ ਕਰੋ, ਨਾ ਕਿ ਤੁਸੀਂ ਇਹ ਕਿ ਉਹਨਾਂ ਦੇ ਵਿੱਚ ਕੋਈ ਬੁਰੀ ਚੀਜ਼, ਅਗਰ ਇੱਕ ਚੀਜ਼ ਬੁਰੀ ਵੀ ਹੈ ਉਹ ਸਿਰਫ ਔਨ ਸਕਰੀਨ ਹੈ, ਤੁਸੀਂ ਨਹੀਂ ਜਾਣਦੇ ਕਿ ਉਹ ਪਿੱਛੇ ਕੈਮਰੇ ਪਿੱਛੇ ਕੀ ਨੇ, ਕਿ ਉਹ ਚੀਜ਼ ਇਸਤੇਮਾਲ ਕਰ ਰਹੇ ਨੇ ਜਾਂ ਨਹੀਂ ਕਰ ਰਹੇ। ਇਸ ਦੇ ਲਈ ਇਸ ਜਿਹੜਾ ਨੌਜਵਾਨਾਂ ਨੂੰ ਖੁਦ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਇਹ ਸੀਗੇ ਸਾਡੇ ਨਾਲ ਗਗਨ ਸਿੱਧੂ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਸਟੂਡੀਓ ਦੇ ਵਿੱਚ ਆਉਣ ਦੇ ਲਈ। ਤੇ ਜਾਂਦੇ ਜਾਂਦੇ ਤੁਸੀਂ ਮੈਨੂੰ ਆਪਣਾ ਇੱਕ ਗੀਤ ਜ਼ਰੂਰ ਸੁਣਾ ਜੋ, ਜਿਹੜਾ ਤੁਸੀਂ ਬਾਲੀਵੁੱਡ ਮੂਵੀ ਦੇ ਵਿੱਚ ਟਾਈਟਲ ਗੀਤ ਗਾਇਆ ਸੀ। ਓਕੇ, ਸੋ ਉਹ ਗੀਤ ਸੀਗਾ ਜੀ ਸ਼ਕਲ ਵੇ ਬਦ ਜਾ, ਇੱਕ ਮੂਵੀ ਸੀ, ਉਹਦਾ ਗੀਤ ਸੀ। ਸਲੀਮ ਸੁਲੇਮਾਨ ਸਾਹਿਬ ਦਾ ਬਹੁਤ ਅੱਛਾ ਮਿਊਜ਼ਿਕ ਸੀ, ਤੇ ਉਹਦੀਆਂ 2 ਲਾਈਨਾਂ ਮੈਂ ਸੁਣਾ ਦਿੰਦਾ ਜੀ। ਬਿਲਕੁਲ। ਹੋ ਅਸੀਂ ਫਟੀਚਰ ਭੁੱਖੇ ਨੰਗੇ, ਸਾਥੋਂ ਤਾਂ ਮੰਗਤੇ ਹੀ ਚੰਗੇ, ਫਰੀ ਫੰਡ ਵਿੱਚ ਪੈ ਗਏ ਪੰਗੇ, ਤੂੰ ਹੀ ਬਚਾ ਲੈ ਹਰ ਹਰ ਗੰਗੇ। और मेरी शक्ल पे मत जा पांडू, मैं क्या हूँ तुझे बता दूं, भोली भाली सूरत पे शक्ल पे मत जा। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਆਪਣਾ ਕੀਮਤੀ ਸਮਾਂ ਕੱਢ ਕੇ। ਤੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦੇਵਾਂ ਕਿ ਇੱਦਾਂ ਹੀ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਰਵਾਂਗੇ ਹੋਰ ਵੀ ਪੰਜਾਬੀ ਗਾਇਕਾਂ ਦੇ ਨਾਲ, ਤੇ ਹੋਰ ਵੀ ਵੱਖਰੇ ਵੱਖਰੇ ਅਦਾਕਾਰਾਂ ਦੇ ਨਾਲ। ਤਦ ਤੱਕ ਲਈ ਤੁਸੀਂ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।